TV16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਸਵਾਗਤ ਕਰਦਾ ਜੀ ਤੁਹਾਡਾ ਪ੍ਰੋਗਰਾਮ ਖੁੱਲਾ ਸੱਦਾ ਦੇ ਵਿੱਚ। ਉਮੀਦ ਕਰਦਾ ਕਿ ਅੱਜ ਵਾਲਾ ਪ੍ਰੋਗਰਾਮ ਵੀ ਜਿਹੜਾ ਹੈ ਤੁਹਾਨੂੰ ਪਸੰਦ ਆਵੇਗਾ। ਜਿਸ ਤਰ੍ਹਾਂ ਕਿ ਪਹਿਲੇ ਪ੍ਰੋਗਰਾਮਾਂ ਨੂੰ ਤੁਸੀਂ ਪਿਆਰ ਦਿੰਦੇ ਹੋ, ਉਸ ਤਰ੍ਹਾਂ ਦੇ ਨਾਲ ਹੀ ਅੱਜ ਵਾਲੇ ਪ੍ਰੋਗਰਾਮ ਨੂੰ ਵੀ ਪਿਆਰ ਜਿਹੜਾ ਹੈ ਉਹ ਜ਼ਰੂਰ ਦਿਓਗੇ। ਸਾਡਾ YouTube ਚੈਨਲ ਜਿਹੜਾ ਹੈ ਜ਼ਰੂਰ ਸਬਸਕ੍ਰਾਈਬ ਕਰ ਲਓ। ਅੱਗੇ ਪ੍ਰੋਗਰਾਮ ਵਧੀਆ ਲੱਗਦਾ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੇ ਆਓ ਅੱਜ ਦੇ ਆਪਾਂ ਟੌਪਿਕ ਵੱਲ ਜਿਹੜਾ ਚੱਲਦੇ ਹੈਗੇ ਆ। ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਆ ਕਿ ਕਰੰਟ ਜੋ ਵਿਸ਼ਾ ਹੁੰਦਾ ਉਹਦੇ ਤੇ ਗੱਲਬਾਤ ਕੀਤੀ ਜਾਵੇ, ਉਹਦੇ ਪਿਛੋਕੜ 'ਚ ਜਾਇਆ ਜਾਵੇ, ਉਹਦੇ ਹਰ ਪਹਿਲੂ ਦੇ ਉੱਤੇ ਨਜ਼ਰ ਮਾਰੀ ਜਾਵੇ ਤੇ ਉਸ ਤਰੀਕੇ ਦੇ ਨਾਲ ਤੁਹਾਡੇ ਕੋਲ ਪੇਸ਼ਕਸ਼ ਕੀਤੀ ਜਾਵੇ ਜਿਹੜਾ ਤਰੀਕਾ ਜਿਹੜਾ ਜਾਂ ਸਾਡੇ ਸਰੋਤ ਨੇ ਉਹਨਾਂ ਦੇ ਮੁਤਾਬਕ ਜਿਹੜੀ ਮਿਲੀ ਹੋਈ ਜਾਣਕਾਰੀ ਦੇ ਨਾਲ ਜਿਹੜਾ ਉਹਦਾ ਅਸਲੀ ਪਹਿਲੂ ਆ, ਅਸਲੀ ਤਸਵੀਰ ਆ, ਉਹ ਤੁਹਾਡੇ ਤੱਕ ਪਹੁੰਚਦੀ ਜਿਹੜੀ ਆ ਉਹ ਕੀਤੀ ਜਾਵੇ। ਅੱਜ ਅਸੀਂ ਗੱਲ ਕਰਾਂਗੇ ਸਿੰਘੂ ਬਾਰਡਰ ਤੇ ਜਿਹੜਾ ਘਟਨਾਕ੍ਰਮ ਕੱਲ ਜਿਹੜਾ ਹੈ ਉਹ ਹੋਇਆ। ਉੱਥੇ ਮੈਂ ਤਕਰੀਬਨ ਕੱਲ ਜਦੋਂ ਪ੍ਰੋਗਰਾਮ ਕਰਕੇ ਤੇ ਥੋੜਾ ਸਮਾਂ ਮੈਨੂੰ ਬੈਠਣ ਦਾ ਮਿਲਿਆ ਤਾਂ ਉਸ ਟਾਈਮ ਦੇ ਉੱਤੇ ਹੀ ਮੈਂ ਵੀਡੀਓ ਜਿਹੜੀ ਸੀ ਮੇਰੇ ਕੋਲ ਪਹੁੰਚਦੀ ਜਿਹੜੀ ਸੀ ਉਹ ਹੋ ਗਈ ਸੀਗੀ। ਉਸ ਟਾਈਮ ਦੇ ਉੱਤੇ ਮੈਂ ਉਸ ਨੂੰ ਚੰਗੀ ਤਰ੍ਹਾਂ ਖੰਗਾਲ ਦੀ ਕੋਸ਼ਿਸ਼ ਤਾਂ ਕੀਤੀ, ਪਰ ਲੇਕਿਨ ਕਈ ਵਾਰੀ ਕੁਝ ਚੀਜ਼ਾਂ ਨੂੰ ਸਮਾਂ ਲੱਗਦਾ ਤੇ ਫਿਰ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਖੰਗਾਲਿਆ, ਆਪਣੇ ਸਰੋਤਾਂ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਜਿੱਦਾਂ ਸਮਾਂ ਨਿਕਲਦਾ ਗਿਆ ਉਸ ਸਮੇਂ ਮੁਤਾਬਕ ਉਹ ਜਿਹੜੀ ਖਬਰ ਸੀ ਉਹ ਜਿਹੜੀ ਸੀ ਉਹ ਕਲੀਅਰ ਹੁੰਦੀ ਗਈ। ਅਲੱਗ-ਅਲੱਗ ਤਰ੍ਹਾਂ ਦੇ ਪਹਿਲੂ, ਅਲੱਗ-ਅਲੱਗ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਤਕਰੀਬਨ ਆਪਾਂ ਦੇਖੇ, ਜਿੰਨੇ ਕੁ ਆਪਾਂ ਨੂੰ ਕਮੈਂਟ ਜਿਹੜੇ ਨੇ ਆਏ, ਜਿੰਨੇ ਕੁ ਕਮੈਂਟ ਆਪਾਂ ਨੂੰ ਦੇਖਣ ਨੂੰ ਮਿਲੇ, ਉਹਨਾਂ ਕਮੈਂਟਸ ਦੇ ਵਿੱਚ ਤਕਰੀਬਨ ਅਲੱਗ-ਅਲੱਗ ਜਿਹੜੇ ਸੀਗੇ ਉਹ ਪਹਿਲੂ ਸੀ, ਅਲੱਗ-ਅਲੱਗ ਸੋਚ ਸੀ, ਅਲੱਗ-ਅਲੱਗ ਸਮਝ ਸੀਗੀ। ਇਸ ਦੇ ਨਾਲ ਜਿਸ ਤਰ੍ਹਾਂ ਕਿ ਭਾਰਤੀ ਮੀਡੀਆ ਦਾ ਇੱਕ ਰੋਲ ਹਮੇਸ਼ਾ ਜਿਹੜਾ ਉਹ ਨਿਆਂ ਪੱਖੀ ਜਿਹੜਾ ਰਿਹਾ, ਉਹ ਕੋਈ ਵੀ ਗੱਲ ਜਿਹੜੀ ਆ ਉਸ ਚੱਲ ਰਹੇ ਜਿਹੜੇ ਕਿਸਾਨੀ ਮੋਰਚੇ ਦੇ ਦੌਰਾਨ ਹੋਵੇ ਤੇ ਖਾਸ ਤੌਰ ਦੇ ਉੱਤੇ ਸਿੱਖਾਂ ਨਾਲ ਸੰਬੰਧਿਤ ਕੋਈ ਗੱਲ ਹੋਵੇ ਤੇ ਉਹਨਾਂ ਦਾ ਇੱਕ ਅਲੱਗ ਜਿਹਾ ਪਹਿਲੂ ਹੁੰਦਾ। ਉਹਨਾਂ ਨੇ ਆਪਣਾ ਜਿਹੜਾ ਡੰਡਾ ਅਲੱਗ ਵਜਾਉਣਾ ਹੁੰਦਾ ਤੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ ਵਿੱਚ ਸਿੱਖਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਉਹ ਲਪੇਟਿਆ ਜਾਵੇ, ਚੰਗੀ ਤਰ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਬਦਨਾਮੀ ਕੀਤੀ ਜਾਵੇ, ਚੰਗੀ ਤਰ੍ਹਾਂ ਦੇ ਨਾਲ ਭੰਡਿਆ ਜਾਵੇ। ਸੋ ਜਿਹੜੇ ਵੀ ਉਹਨਾਂ ਕੋਲ ਪੱਤੇ ਖੇਡਣੇ ਚਾਹੁੰਦੇ ਨੇ ਉਹ ਖੇਡਣ ਦੀ ਆਪਣੀ ਪੂਰੀ ਜਿਹੜੀ ਕੋਸ਼ਿਸ਼ ਆ ਉਹ ਲਗਾਤਾਰ ਜਿਹੜੀ ਉਹ ਕਰਦੇ ਜਿਹੜੀ ਆ ਉਹ ਰਹਿੰਦੇ ਨੇ। ਲੇਕਿਨ ਸਵਾਲ ਇੱਥੇ ਇਹ ਪੈਦਾ ਹੁੰਦਾ ਹੈਗਾ ਕਿ ਜੇ ਕੋਈ ਬੰਦਾ ਆ ਕੇ ਗੁਰੂ ਦੀ ਬੇਅਦਬੀ ਕਰ ਦੇਵੇ ਤੇ ਉਸ ਬੇਅਦਬੀ ਦਾ ਪਹਿਲਾਂ ਸਾਨੂੰ ਨਾ ਮਿਲਿਆ ਕੋਈ ਇਨਸਾਫ ਹੋਵੇ ਕਿ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੇ ਨਾਲ ਲਗਾਤਾਰ ਜਿਹੜਾ ਹੈ ਉਹ ਵਰਤਾਰੇ ਜਿਹੜੇ ਨੇ ਉਹ ਵਾਪਰ ਰਹੇ ਨੇ, ਫਿਰ ਉਹਦਾ ਹੱਲ ਕੀ ਹੋਣਾ ਚਾਹੀਦਾ ਹੈਗਾ। ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਅਲੱਗ-ਅਲੱਗ ਕਮੈਂਟ, ਅਲੱਗ-ਅਲੱਗ ਰਾਏ, ਅਲੱਗ-ਅਲੱਗ ਲੋਕਾਂ ਦੇ ਵਿਚਾਰ ਜਿਹੜੀ ਆ ਤੇ ਬਹੁਤੇ ਆਪਣੇ ਆਪ ਨੂੰ ਸਿਆਣੇ ਸਮਝਦੇ ਕਈ ਨੇ, ਉਹ ਕਹਿੰਦੇ ਜੀ ਕਾਨੂੰਨ ਆਪਣੇ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਹੈਗਾ, ਕਾਨੂੰਨ ਜਿਹੜਾ ਹੈ ਉਹ ਬਹੁਤ ਵੱਡਾ ਤੇ ਉਹਨੂੰ ਆਪਣੇ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਹੈਗਾ। ਪਰ ਕਾਨੂੰਨ ਦੀਆਂ ਹਮੇਸ਼ਾ ਜਦੋਂ ਤੁਸੀਂ ਕਿਸੇ ਕੋਰਟ 'ਚ ਵੀ ਜਾਂਦੇ ਹੋ ਉਹਦੇ ਦੇਖਿਆ ਹੁੰਦਾ ਵੀ ਅੱਖਾਂ ਦੇ ਉੱਤੇ ਜਿਹੜੀ ਪੱਟੀ ਆ ਨਾ ਉਹ ਬੱਧੀ ਹੁੰਦੀ ਆ ਉੱਥੇ, ਤੇ ਜਿਹੜੀ ਉਹ ਪੱਟੀ ਬੱਧੀ ਆ ਉਹ ਭਾਰਤ ਦੇ ਵਿੱਚ ਤੇ ਅਜਿਹੀ ਪੱਕੀ ਬੱਧੀ ਹੋਈ ਆ ਕਿ ਸਿੱਖਾਂ ਵਾਸਤੇ ਤਾਂ ਬਿਲਕੁਲ ਹੀ ਜਿਹੜੀ ਕਾਨੂੰਨ ਦੀ ਪੱਟੀ ਇੱਕ ਨਹੀਂ 4-4 5-5 ਤੇ ਲੋਹੇ ਦੀ ਪੱਕੀ ਪੱਟੀ ਬੰਨੀ ਆ ਕਿ ਇਹਨਾਂ ਵੱਲ ਤਾਂ ਵੇਖਣਾ ਹੀ ਨਹੀਂ ਆਪਾਂ ਨੇ। ਜੇ ਇਹਨਾਂ ਨਾਲ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਮਾੜਾ ਵਰਤੀਰਾ ਹੋ ਜਾਂਦਾ ਹੈਗਾ, ਆਪਾਂ ਦੋਸ਼ੀ ਇਹਨਾਂ ਨੂੰ ਠਹਿਰਾਉਣਾ, ਆਪਾਂ ਨੂੰ ਕਟਹਿਰੇ ਦੇ ਵਿੱਚ ਇਹਨਾਂ ਨੂੰ ਹੀ ਖੜੇ ਕਰਨਾ, ਆਪਾਂ ਕਿਸੇ ਹੋਰ ਨੂੰ ਖੜੇ ਜਿਹੜਾ ਹੈ ਉਹ ਕਰਨਾ ਨਹੀਂ ਹੈ ਕਿਸੇ ਵੀ ਤਰੀਕੇ ਦੇ ਨਾਲ, ਕਿਉਂਕਿ ਇਹਨਾਂ ਨੂੰ ਸੁੱਖ ਦਾ ਸਾਹ ਅਸੀਂ ਲੈਣ ਦੇਣਾ ਨਹੀਂ ਤੇ ਇਹੀ ਸਾਡੀਆਂ ਨਜ਼ਰਾਂ ਦੇ ਵਿੱਚ ਜਿਹੜਾ ਉਹ ਚੁੱਭਦੇ ਨੇ। ਹੁਣ ਗੱਲ ਕਰਦੇ ਹਾਂ ਉਸ ਘਟਨਾ ਦੇ ਉਸ ਪਹਿਲੂ ਦੇ ਉੱਤੇ ਕਿ ਉਹ ਇਨਸਾਨ ਜਿਹੜਾ ਕਿ ਬਹੁਤ ਜ਼ਿਆਦਾ ਗਰੀਬ ਤੇ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਹੈਗੇ ਆ ਉਸ ਕਿਸਮ ਦਾ ਇਨਸਾਨ ਕਿ ਜਿਹੜਾ ਆਪਣੇ ਨਸ਼ੇ ਪੱਤੇ ਦੇ ਲਈ ਸਿਰਫ ਆਪਣੀ ਜਿਹੜੀ ਉਹ ਦਿਹਾੜੀ ਦੱਪਾ ਕਰਕੇ ਜਾਂ ਇੱਧਰੋਂ ਉੱਧਰੋਂ ਆਪਣੇ ਪੈਸੇ ਪੂਸੇ ਕਿਸੇ ਕੋਲ ਲੈ ਕੇ ਤੇ ਆਪਣਾ ਨਸ਼ਾ ਪੱਤਾ ਕਰਕੇ ਤੇ ਆਪਣਾ ਦਿਹਾੜੀ ਡੰਗ ਜਿਹੜਾ ਸੀ ਉਹ ਟਪਾ ਰਿਹਾ ਸੀਗਾ।
मैं उस पिंड दे सरपंच की जिहड़ी स्टेटमेंट पूरी तरह दे नाल सुनी टैलीफोनिकली। सो उस सरपंच ने बड़ा क्लीयर किया कि ये अपनी सिस्टर को आया सीगा ते उहदे कोलों ने 50 रुपये मंगे कि मैनू दे दे, मैं इत्थे किसे जिहड़ा है को पल्लेदारी का काम करना ते मैनू 50 रुपये दे दे, मैनू किराया चाहिए। वो कहती किराया मेरे को है नहीं गा, 50 रुपये मेरे को है नहीं गे, तो इन्नी गरीबी की हालत। तो उन्हें कही भी कोई गल नहीं, मैं किसी को मंग के लिया देनी है। उन्हें किसी के गुआढ़ को मंग के लिया के 50 रुपये उन्होंने दे के तोड़ दिता। हुण सवाल ये पैदा होंदा कि बंदा जिहड़ा हैगा जिहड़ा 50 रुपये मंग के है, 50 रुपये दे नाल दिल्ली नहीं पहुंचा जा सकता किसी भी तरीके दे नाल। 50 रुपये दे विच दिल्ली तक पहुंचना ही नामुमकिन है। दूसरी गल कि वो जिहड़े लोग दसदे ने वो कहंदे ने कि ना तो वो कदी तरन ताਰਨ गया तो ना कदी वो झबाल गया। जिहड़ा बंदा अपने पिंड तो आपां भी देखिया कि कई पिंडां दे विच भावें इन्ना ही लोग अगे वध चुके ने, ਜਾਂ ਤਾਂ ਨਸ਼ੇੜੀ किस्म के लोग तो कई इस तरह के लोग होंगे ने कि ਜਿਹੜੇ कदी शहर का मूँह ही ਜਿਹੜਾ ना माड़े मोटे छिट्टे छोटे मोटे कस्बे का वो मैंने पता साल समय ही कई बारी देखते हैं। वो ਜਾਂ किते कोई इधर उधर रिश्तेदारी च जाना हो, कोई विआह वूह आ जाए तो उदों लोग वो जाते हैं। हुण सवाल जिहड़ा मैं इत्थे जिहड़ा मेन बनदा हैगा कि उस पिंड दे सरपंच ने भी कहा हैगा कि ये दसो कि ये बंदा पहुंचिया किवें, इहनूं लैके कौन गया। फिर ਉਹਦੇ ਕੱਪੜਿਆਂ ਤੇ ਗੱਲ ਆ ਜਾਂਦੀ ਆ ਕਿ ਜਿਹੜਾ ਬੰਦਾ ਇੰਨਾ ਗਰੀਬ ਹੈਗਾ ਤੇ ਉਹ ਇੱਕ ਨਾਰਮਲ ਜਿਹੜਾ ਹੈ ਕੋਈ ਟੀ-ਸ਼ਰਟ ਜੀ ਜਾਂ ਛੋਟਾ ਮੋਟਾ ਕਿਸੇ ਨੇ ਕੋਈ ਲੰਬਾ ਜਿਹਾ ਕੱਛਾ ਦੇਤਾ ਤੇ ਉਹ ਪਾ ਕੇ ਤੇ ਉਹ ਆਪਣਾ ਗੁਜ਼ਾਰਾ ਕਰਦਾ ਸੀਗਾ। ਤੇ ਉਹਨੂੰ ਕਸ਼ਹਿਰਾ ਕਿੰਨੇ ਦੇਤਾ, ਕਸ਼ਹਿਰਾ ਕਿੰਨੇ ਪਾਇਆ। ਕਸ਼ਹਿਰਾ ਪਾਉਣ ਤੋਂ ਬਾਅਦ ਉਸ ਬੰਦੇ ਦੀ ਇੰਨੀ ਸਮਝ ਕਿੱਦਾਂ ਬਣੀ ਕਿ ਨਿਹੰਗ ਸਿੰਘਾਂ ਦੇ ਕੈਂਪ ਦੇ ਵਿੱਚ ਉਹ ਬੰਦਾ ਪਹੁੰਚ ਜਾਂਦਾ ਹੈਗਾ। ਤੁਸੀਂ ਇਸ ਨੂੰ ਕੜੀ ਨੂੰ ਜਦੋਂ ਜੋੜਦੇ ਹੋ ਦੇਖਦੇ ਹੋ ਤਾਂ ਫਿਰ ਦੇਖਦੇ ਹੋ ਕਿ ਇਹਦੇ ਪਿੱਛੇ ਕਿੱਡੀ ਵੱਡੀ ਪਲੈਨਿੰਗ ਤੇ ਕਿੰਨਾ ਕੁਝ ਜਿਹੜਾ ਹੈ ਉਹ ਕਰਨ ਦੀ ਜਿਹੜੀ ਸਾਜ਼ਿਸ਼ ਸੀ। ਫਿਰ ਉਹ ਬੰਦਾ ਮੰਨਿਆ ਕਿ ਮੇਰੇ ਨਾਲ ਦੇ 19 ਬੰਦੇ ਹੋ ਰਿਹਾ ਸੀ, 20 ਬੰਦੇ ਆ ਤੇ 30-30 ਹਜ਼ਾਰ ਰੁਪਈਆ ਜਿਹੜਾ ਸਾਨੂੰ ਜਿਹੜਾ ਉਹ ਦਿੱਤਾ ਗਿਆ ਹੈਗਾ ਇਸ ਕੰਮ ਕਰਨ ਵਾਸਤੇ। ਸੋ ਬਾਕੀ ਜਿਹੜੇ 19 ਬੰਦੇ ਨੇ ਉਹ ਹੱਲੇ ਜਿਹੜੇ ਨੇ ਉਹਨਾਂ ਦੇ ਕੁਝ ਅਤਾ ਪਤਾ ਨਹੀਂ ਆ। ਪਰ ਮੈਨੂੰ ਇਹ ਲੱਗਦਾ ਸਾਡੇ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਿਆ, ਭਾਵੇਂ ਕਿ ਵੀਡੀਓ ਜਿਹੜੀ ਆ ਉਹਦੇ ਵਿੱਚ ਕੁਝ ਪਾਰਟ ਕੱਟਿਆ ਹੋਇਆ, ਮੈਨੂੰ ਇਹ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਜਿਹੜੀ ਉਹ ਜਥੇਬੰਦੀ ਸੀ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ, ਕਿਉਂਕਿ ਬਹੁਤ ਸਾਰੇ ਲੋਕ ਸਵਾਲ ਕਰਦੇ ਪਏ ਨੇ ਕਿ ਜੇ ਉਹਨੂੰ ਨਾ ਮਾਰਿਆ ਜਾਂਦਾ ਤੇ ਬਾਕੀ 19 ਬੰਦਿਆਂ ਦਾ ਜਿਹੜਾ ਉਹ ਪਤਾ ਲੱਗ ਜਾਂਦਾ ਹੈਗਾ। ਤੇ ਮੈਨੂੰ ਇਹ ਲੱਗਦਾ ਸਾਡੇ ਸਰੋਤਾਂ ਤੋਂ ਇਹ ਪਤਾ ਲੱਗਾ ਕਿ ਜ਼ਰੂਰ ਉਹਨਾਂ ਨੇ ਉਹਨੂੰ ਜਦੋਂ ਮਰਨ ਤੋਂ ਪਹਿਲਾਂ ਉਹਨੂੰ ਜ਼ਰੂਰ ਇਹ ਪੁੱਛ ਲਿਆ ਕਿ ਹੋਰ ਬੰਦੇ ਕਿੰਨੇ ਨੇ ਜਿਨ੍ਹਾਂ ਨੂੰ ਜਾਣਦਾ ਹੈਗਾ। ਤੇ ਇਹ ਵੀ ਚੀਜ਼ ਕਬੂਲ ਉਹਨੇ ਜ਼ਰੂਰ ਕਰਵਾ ਲਈ ਹੋ ਰਹੀਆਂ, ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਬੰਦਾ ਕਿਸੇ ਸੰਘਰਸ਼ ਵਿੱਚ ਹੁੰਦਾ ਨਾ ਤੇ ਉਹਨੂੰ ਫਿਰ ਸਿਆਣਪ ਜਿਹੜੀ ਆ ਉਹ ਗੁਰੂ ਵੱਲੋਂ ਆ ਹੀ ਜਾਂਦੀ ਹੈਗੀ ਆ। ਤੇ ਇਹ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ, ਇਹਨਾਂ ਨੂੰ ਐਸੀ ਗੱਲ ਨਹੀਂ ਹੈ ਕਿ ਸਾਨੂੰ ਹੀ ਇਦਾਂ ਲੱਗਦਾ ਜਾਂ ਸਾਡੇ ਲੋਕ ਸਿਆਣੇ ਬਣ ਬਹਿੰਦੇ ਨੇ ਜਾਂ ਸਾਡੇ ਲੋਕ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਸਾਰਾ ਕੁਝ ਸਾਨੂੰ ਹੀ ਪਤਾ। ਮੈਨੂੰ ਇਹ ਲੱਗਦਾ ਕਿ ਉਹਨਾਂ ਨੇ ਆਪਣਾ ਜਿਹੜਾ ਸਾਰਾ ਕੁਝ ਜਿਹੜਾ ਵੀਡੀਓਗ੍ਰਾਫੀ ਜਿਹੜੀ ਆ ਉਹ ਜ਼ਰੂਰ ਕੀਤੀ ਆ। ਬਹੁਤ ਕੁਝ ਅਜਿਹਾ ਜਿਹੜਾ ਨਸ਼ਰ ਨਹੀਂ ਹੋਇਆ ਹੈਗਾ, ਉਹਨਾਂ ਨੇ ਉਸ ਚੀਜ਼ ਨੂੰ ਆਪਣੇ ਕੋਲ ਜ਼ਰੂਰ ਰੱਖਿਆ ਹੈਗਾ। ਜ਼ਰੂਰ ਇਹੋ ਜਿਹੀਆਂ ਵੀਡੀਓ ਜਿਹੜੀਆਂ ਨੇ ਉਹਨਾਂ ਕੋਲ ਨੇ, ਹੋ ਸਕਦਾ ਕਿ ਸਭ ਕੁਝ ਸਮੇਂ ਦੀ ਬੁੱਕਲ 'ਚ ਹੋ ਸਕਦਾ ਬਾਹਰ ਆ ਜਾਣ ਹਾਲੇ ਜੇ ਜ਼ਰੂਰਤ ਪਵੇ, ਤੇ ਹੋ ਸਕਦਾ ਉਹ ਆਪਣੇ ਕਿਸੇ ਠੋਸ ਸਬੂਤ ਵਜੋਂ ਉਹਨੂੰ ਜਿਹੜਾ ਹੈ ਉਹ ਪੇਸ਼ ਕਰਨ ਕਿ ਆਹ ਦੇਖੋ ਆਹ ਕੁਛ ਜਿਹੜਾ ਹੋ ਰਿਹਾ ਹੈਗਾ। ਇਸ ਤੋਂ ਇਲਾਵਾ ਜਦੋਂ ਉਸ ਬੰਦੇ ਨੇ ਇੱਥੇ ਆ ਕੇ ਅਜਿਹੀ ਕਾਰਵਾਈ ਕੀਤੀ, ਹੁਣ ਇਹ ਵੀ ਮੰਨਿਆ ਜਾ ਰਿਹਾ ਹੈਗਾ ਜਾਂ ਇਹ ਵੀ ਕਿਹਾ ਗਿਆ ਸੀ ਪਿੰਡ ਦੇ ਸਰਪੰਚ ਵੱਲੋਂ ਕਿ ਪੈਸੇ ਦੇ ਨਾਲ ਨਾਲ ਹੋ ਸਕਦਾ ਨਸ਼ੇ ਪੱਤੇ ਦਾ ਵੀ ਉਹਨੂੰ ਜਿਹੜਾ ਲਾਲਚ ਦਿੱਤਾ ਗਿਆ, ਹੋ ਸਕਦਾ ਨਸ਼ੇ ਦੇ ਵਿੱਚ ਹੀ ਇਹ ਚੀਜ਼ ਕੀਤੀ ਗਈ। ਆਪਾਂ ਵੀ ਨਸ਼ੇੜੀਆਂ ਨੂੰ ਦੇਖਿਆ ਕਿ ਉਹ ਕਈ ਵਾਰੀ ਥੋੜੇ ਬਹੁਤੇ ਨਸ਼ੇ ਦੇ ਲਾਲਚ ਵਿੱਚ ਹੀ ਉਹ ਬਹੁਤ ਵੱਡੇ ਵੱਡੇ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਆ, ਬਹੁਤ ਕੁਝ ਕਰਨ ਨੂੰ ਤਿਆਰ ਹੋ ਜਾਂਦੇ ਹੈਗੇ ਆ। ਸੋ ਸਵਾਲ ਆਮ ਤੌਰ ਦੇ ਉੱਥੇ ਮਾਈਕ ਲੈ ਕੇ ਲੋਕ ਜਿਹੜੇ ਨੇ ਪੁੱਛਦੇ ਫਿਰਦੇ ਨੇ ਕਿ ਤੁਸੀਂ ਇਹਨੂੰ ਕਾਨੂੰਨ ਦੇ ਹਵਾਲੇ ਜਿਹੜਾ ਕਿਉਂ ਨਹੀਂ ਕੀਤਾ, ਇਹਨੂੰ ਤੁਸੀਂ ਸਜ਼ਾ ਕਿਉਂ ਦਿੱਤੀ। ਬੜਾ ਸਪਸ਼ਟ ਤੇ ਬੜਾ ਕਲੀਅਰ ਉਹਨਾਂ ਦਾ ਮੈਸੇਜ ਆ ਕਿ ਪਹਿਲਿਆਂ ਨੂੰ ਜਿਹਨਾਂ ਨੂੰ ਅਸੀਂ ਕਾਨੂੰਨ ਦੇ ਹਵਾਲੇ ਕਰ ਦਿੱਤਾ ਜਾਂ ਜਿਹੜੇ ਲੋਕ ਹੁਣ ਤੱਕ ਦੀਆਂ ਬੇਅਦਬੀਆਂ 'ਚ ਫੜੇ ਨਹੀਂ ਗਏ ਜਾਂ ਸਰਕਾਰ ਨੇ ਫੜੇ ਨਹੀਂ ਜਾਂ ਉਹਨਾਂ ਨੂੰ ਫੜਨ ਨਹੀਂ ਦਿੱਤਾ ਗਿਆ,
ਤੇ ਉਹ ਲੋਕਾਂ ਦਾ ਉਸ ਵਾਸਤੇ ਸਾਨੂੰ ਅੱਜ ਤੱਕ ਜਿਹੜਾ ਇਨਸਾਫ ਨਹੀਂ ਮਿਲਿਆ। ਜਦ ਉਹਦਾ ਨਹੀਂ ਮਿਲਿਆ ਤੇ ਫਿਰ ਅਸੀਂ ਇਹ ਕਿਉਂ ਸੋਚਦੇ ਵਿਚਾਰਦੇ ਕਿ ਇਹਨੂੰ ਜਿਹੜਾ ਉਹ ਬਖਸ਼ ਦਿੱਤਾ ਜਾਂਦਾ। ਬਹੁਤ ਸਾਰੇ ਲੋਕ ਸਵਾਲ ਇਹ ਕਰਦੇ ਨੇ ਕਿ ਜੇ ਉਸ ਨੂੰ ਰੱਖ ਲਿਆ ਜਾਂਦਾ ਤੇ ਬਾਕੀ 19 ਬੰਦਿਆਂ ਦਾ ਵੀ ਜਿਹੜਾ ਉਹ ਪਤਾ ਲੱਗ ਰਿਹਾ ਜਾਂਦਾ। ਤੇ ਭਾਈ ਜਿਹੜੇ ਪਹਿਲੇ ਫੜ ਕੇ ਜਿਹੜੇ ਦਿੱਤੇ ਨੇ ਉਹਨਾਂ ਦੇ ਪਿੱਛੇ ਵਾਲੇ ਪਿਛੋਕੜ ਵਾਲੇ ਤਾਂ ਅੱਜ ਤੱਕ ਪਤਾ ਨਹੀਂ ਲਾ ਸਕੇ ਹੈਗੇ। ਕਿੱਦਾਂ ਪਤਾ ਲੱਗ ਸਕਦਾ? ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ 19 ਨੇ ਉਹਨਾਂ ਨੂੰ ਕੰਨ ਹੋ ਚੁੱਕੇ ਹੋਣਗੇ ਜਾਂ ਤਾਂ ਉੱਥੋਂ ਭੱਜ ਲਏ ਹੋਣਗੇ ਵੀ ਭਾਈ ਇਹੋ ਜਿਹਾ ਇੱਕ ਵਾਰੀ ਕਾਂ ਜਿਹੜਾ ਮਾਰ ਕੇ ਟੰਗਣਾ ਹੀ ਪੈਂਦਾ ਹੈਗਾ। ਕਿਸੇ ਦੀ ਮੌਤ ਜਾਂ ਕਿਸੇ ਨੂੰ ਮੌਤ ਦੇ ਘਾਟ ਉਤਾਰ ਦੇਣਾ ਵੈਸੇ ਇਨਸਾਨੀਅਤ ਤੌਰ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਇਹ ਆਮ ਬੰਦੇ ਨੂੰ ਇਹ ਚੰਗਾ ਨਹੀਂ ਲੱਗਦਾ, ਕਿਸੇ ਨੂੰ ਵੀ ਨਹੀਂ ਚੰਗਾ ਲੱਗਦਾ। ਸਾਨੂੰ ਵੀ ਵੀਡੀਓ ਵੇਖ ਕੇ ਨਹੀਂ ਚੰਗਾ ਲੱਗਿਆ। ਪਰ ਜੇ ਕੋਈ ਦੁਸ਼ਟ ਹੋਵੇ, ਜੇ ਕੋਈ ਗੁਰੂ ਦੀ ਬੇਅਦਬੀ ਕਰਨ ਆ ਜਾਵੇ, ਜੇ ਪਿਓ ਦੀ ਪੱਗ ਨੂੰ ਹੱਥ ਪਾ ਲਿਆ ਕਿਸੇ ਨੇ, ਤੇ ਫਿਰ ਜਿਹੜੇ ਉਹਦੇ ਬੱਚੇ ਨੇ ਉਹ ਸਾਹਮਣੇ ਵੇਖ ਕੇ ਜਰ ਕਿਵੇਂ ਸਕਦੇ ਹੈਗੇ ਨੇ। ਤੇ ਫਿਰ ਤੇ ਗੁਰੂ ਸਾਹਿਬਾਂ ਨੇ ਸਿੱਧਾ ਸੰਦੇਸ਼ ਦਿੱਤਾ। ਤੇ ਜੇ ਆਪਾਂ ਧਾਰਮਿਕ ਦੇ ਉਸ ਸਿੱਖੀ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਦੇਖਦੇ ਆ ਤੇ ਫਿਰ ਉਸ ਦੁਸ਼ਟ ਨੂੰ ਜਿਹੜਾ ਉਹ ਜਿਸ ਤਰ੍ਹਾਂ ਦੇ ਨਾਲ ਉਹਦਾ ਸੋਧਾ ਲਾਇਆ, ਉਹ ਫਿਰ ਸਿੱਖੀ ਪਰੰਪਰਾ ਤੇ ਗੁਰੂ ਦੀ ਜਿਹੜਾ ਸੰਦੇਸ਼ ਆ ਉਹਦੀ ਪਾਲਣਾ ਕੀਤੀ ਗਈ ਹੈਗੀ ਆ। ਬੜੀ ਸਪਸ਼ਟ ਜੀ ਗੱਲ, ਇਹਦੇ ਵਿੱਚ ਕੋਈ ਗੋਲ-ਮੋਲ ਗੱਲ ਕਰਨ ਦੀ ਜਿਹੜੀ ਆ ਉਹ ਮੈਨੂੰ ਲੱਗਦਾ ਕੋਈ ਤੁੱਕ ਬਣਦੀ ਨਹੀਂ ਹੈਗੀ। ਪ੍ਰੋਗਰਾਮ ਇਸ ਤਰ੍ਹਾਂ ਦੇ ਨਾਲ ਜਾਰੀ ਰਹੇਗਾ। ਵਕਫਾ ਹੋ ਗਿਆ ਇੱਕ ਬ੍ਰੇਕ ਦਾ। ਅਗਲੇ ਹਿੱਸੇ ਦੇ ਵਿੱਚ ਆਪਾਂ ਹੋਰ ਜਿਹੜੇ ਪਹਿਲੂ ਨੇ ਉਹਨਾਂ ਦੇ ਉੱਤੇ ਜਿਹੜੀ ਗੱਲਬਾਤ ਜਿਹੜੀ ਆ ਉਹ ਆਪਾਂ ਕਰਾਂਗੇ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। Don't worry about the funds. You will be provided as much as you want. इस तरीके से सिखों के दिलों में उबल रही इस बात को हम हमेशा के लिए खत्म कर सकते हैं मैडम। इसके बदले में परिवार आपका ख्याल रखेगा। So we now need to find a corrupt Jat Sikh officer for the operation. Yes, we have to. Exactly. Now we can use white phosphorus. You're not dealing with a small and group of anti-Indian elements. You're dealing with Punjab. You don't know what happened with Mughals and the Britishers in Punjab. (1699) ਦੇ ਵਿੱਚ ਇਨਕਲਾਬ ਉੱਥੋਂ ਹੀ ਸ਼ੁਰੂ ਹੋਇਆ ਸੀ। ਪਰ ਇੱਧਰ ਦੇਖ ਲਓ, ਪੰਜਾਬ 'ਚ ਉਸੇ ਇਨਕਲਾਬ ਨੇ ਸਾਡੀਆਂ ਜੜ੍ਹਾਂ ਨਹੀਂ ਲੱਗਣ ਦਿੱਤੀਆਂ। फ़लस्तीनी मुक्ति मोर्चा और यासर अराफात की हमायत करना हमारी मजबूरी है। President Chernyenko agreed to finish the Sikh terrorism. ਇੱਕ ਵਾਰੀ ਨਾ ਜਾਪਾਨ ਅਮਰੀਕਾ ਤੇ ਹਾਵੀ ਹੋ ਗਿਆ ਸੀ। We are part of a nation's army. We have no religion. If any of you feel like your religious feelings are being hurt, then you have to leave this job. Am I understood? Yes, sir. ਵਾਹਿਗੁਰੂ ਵਾਹਿਗੁਰੂ ਕਰੋ ਤੇ ਹਥਿਆਰਾਂ ਨੂੰ ਕਰੋ ਸਾਫ਼। ਗੁਰੂ ਮਹਾਰਾਜ ਸਾਨੂੰ ਬਾਹਾਂ ਦੇ ਵਿੱਚ ਲੈਣ ਲਈ ਖੜੇ ਆ ਤੇ ਅਸੀਂ ਇਸ ਨਰਕੀ ਦੁਨੀਆ ਤੋਂ ਕੀ ਲੈਣਾ। ਦੇਸ਼ ਸ਼ਿਵਾਵਰ ਹੋਏ ਹੈ ਸ਼ੁਭ ਕਰਮਨ ਤੇ ਕਬਹੂ ਨ ਜੇਕਰ ਤੁਸੀਂ ਕੋਈ ਆਪਣਾ ਘਰ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਪਨੇ ਨੂੰ ਪੂਰਾ ਕਰਨਗੇ ਵਿੱਕੀ ਸਿੰਘ। ਸੋ ਵਿੱਕੀ ਸਿੰਘ ਹੋਣਾ ਨਾਲ ਤੁਸੀਂ ਬੈਠੋ, ਉਹਨਾਂ ਨਾਲ ਇੱਕ ਮੀਟਿੰਗ ਕਰੋ, ਤੁਹਾਡੇ ਘਰ ਦੇ ਵਧੀਆ ਡਾਲਰ ਦਵਾ ਸਕਦੇ ਨੇ। ਅਗਰ ਤੁਸੀਂ ਕੋਈ ਫਸਟ ਟਾਈਮ ਬਾਇਰ ਹੋ, ਤੁਸੀਂ ਵਧੀਆ ਪ੍ਰਾਪਰਟੀ ਲੱਭ ਰਹੇ ਹੋ ਤੇ ਉਹਨਾਂ ਨਾਲ ਬੈਠ ਕੇ ਮੀਟਿੰਗ ਕਰੋ, ਤੁਹਾਡੇ ਬਜਟ ਦੇ
ਅਕੋਰਡਿੰਗ ਟੂ ਤੁਹਾਨੂੰ ਵਧੀਆ ਘਰ ਦਿਵਾਉਣਗੇ। ਸੋ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਨੇ। ਉਹਨਾਂ ਦਾ ਕੰਟੈਕਟ ਨੰਬਰ ਹੈਗਾ 3659990709 ਦੇ ਉੱਤੇ, 365 999 0709 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰਾਇਲੇ ਪੇਜ ਨਾਲ ਕੰਮ ਕਰਦੇ ਨੇ, ਬੈਠ ਕੇ ਮੀਟਿੰਗ ਕਰੋ। ਅਗਰ ਕੋਈ ਇਨਵੈਸਟਮੈਂਟ ਪ੍ਰਾਪਰਟੀ ਵੀ ਲੱਭ ਰਹੇ ਹੋ ਤਾਂ ਵੀ ਤੁਹਾਡੀ ਜਿਹੜੀ ਹੈ ਉਸ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈਗਾ। ਸੋ ਸੰਪਰਕ ਕਰੋ ਉਹਨਾਂ ਦੇ ਨਾਲ। ਉਹਨਾਂ ਦਾ ਫੋਨ ਨੰਬਰ ਅਗੇਨ 3659990709 ਦੇ ਉੱਤੇ। TV16 ਟੋਰਾਂਟੋ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਕਵਿਨ ਗੁਰਬਾਲ ਲੈ ਕੇ ਆ ਰਹੀ ਹਾਂ ਪ੍ਰੋਗਰਾਮ ਮਸਤੀ ਵਿਦ ਕਿਡਸ। ਅਗਰ ਤੁਹਾਡੀ ਏਜ 5 to 14 ਹੈ ਫਿਰ ਤੁਸੀਂ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ। ਅਗਰ ਤੁਸੀਂ ਮੇਰੇ ਗੈਸਟ ਬਣਨਾ ਚਾਹੁੰਦੇ ਹੋ contact tv16toronto@gmail.com ਜਾਂ ਟੈਕਸਟ ਮੈਸੇਜ और WhatsApp करो 647-528-1016 ਤੇ ਫਿਰ ਮਿਲਦੇ ਆ ਪ੍ਰੋਗਰਾਮ ਮਸਤੀ ਵਿਦ ਕਿਡਸ ਓਨਲੀ ਔਨ TV16 ਟੋਰਾਂਟੋ ਤੇ। ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸਦਾ। ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਅਗਰ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 9058725259 ਦੇ ਉੱਤੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਸਟੂਡੀਓ 'ਚ ਇਸ ਟਾਈਮ ਦੇ ਉੱਤੇ ਲਾਈਵ ਪ੍ਰੋਗਰਾਮ ਦੇ ਵਿੱਚ। 9058725259 ਦੇ ਉੱਤੇ ਗੱਲਬਾਤ ਜਿਹੜੀ ਆ ਉਹ ਸਾਡੇ ਨਾਲ ਹੋ ਸਕਦੀ ਹੈਗੀ ਆ। ਤੇ ਆਓ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਤੇ ਆਪਾਂ ਅਗਲੇ ਪਹਿਲੂ ਦੇ ਉੱਤੇ ਜਿਹੜੀ ਹੈ ਉਹ ਗੱਲਬਾਤ ਕਰਦੇ ਹੈਗੇ ਆ। ਇਸ ਘਟਨਾਕ੍ਰਮ ਤੋਂ ਬਾਅਦ ਜਿਹੜਾ ਹੈ ਉਹ ਜਿਸ ਤਰ੍ਹਾਂ ਮੈਂ ਕਿਹਾ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਅਲੱਗ-ਅਲੱਗ ਪਹਿਲੂ, ਅਲੱਗ-ਅਲੱਗ ਲੋਕਾਂ ਦੀਆਂ ਰਾਵਾਂ ਜਿਹੜੀਆਂ ਸੀਗੀਆਂ ਉਹ ਪ੍ਰਗਟ ਹੋਣੀਆਂ ਸ਼ੁਰੂ ਹੋਈਆਂ। ਉਸ ਦੇ ਵਿੱਚ ਸਭ ਤੋਂ ਜਿਹੜਾ ਮੇਨ ਜਿਹੜਾ ਸੀਗਾ ਉਹ ਇਹ ਸੀਗਾ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈਗਾ ਉਹ ਇੱਕਦਮ ਕਿਸ ਤਰ੍ਹਾਂ ਦੀ ਸਟੇਟਮੈਂਟ ਜਿਹੜੀ ਆ ਉਹ ਜਾਰੀ ਕਰਦਾ ਹੈਗਾ। ਵੈਸੇ ਸੰਭਾਵਕ ਸੀਗਾ ਕਿ ਉਹਨਾਂ ਨੇ ਕਿੱਦਾਂ ਜਿਹੜਾ ਹੈ ਉਹ ਆਪਣੀ ਸਟੇਟਮੈਂਟ ਦੇਣੀ ਹੈਗੀ ਆ। ਉਹਨਾਂ ਨੇ ਬੜੀ ਜਲਦੀ ਦੇ ਨਾਲ ਐਕਟਿਵ ਹੋ ਕੇ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕੀਤੀ ਹੈਗੀ। ਸਵੇਰੇ ਕਿਸੇ ਨੇ ਰਾਜੇਵਾਲ ਨੂੰ ਫੋਨ ਲਾ ਲਿਆ ਤੇ ਰਾਜੇਵਾਲ ਨੂੰ ਕਿਹਾ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਜੀ ਦੇਖੋ ਮੈਂ ਤੇ ਘਰ ਆਇਆ ਹੋਇਆ। ਪਹਿਲਾਂ 15 ਅਕਤੂਬਰ ਦਾ ਫੈਸਲਾ ਦਿੰਦਾ ਜੀ ਕਿ ਇਹ ਰਾਵਣ ਦਾ ਅਸੀਂ ਜਿਹੜਾ ਹੈ ਉਹ ਪੁਤਲਾ ਜਿਹੜਾ ਇਹਨਾਂ ਦੇ ਜਿਹੜਾ ਬੀਜੇਪੀ ਦੇ ਹੈਗੇ ਨੇ ਮੋਦੀ ਵਗੈਰਾ ਦੇ, ਇਹਨਾਂ ਦੇ ਪੁਤਲੇ ਫੂਕਾਂਗੇ ਅਸੀਂ 15 ਤਰੀਕ ਨੂੰ। ਫਿਰ ਉਹ ਬਦਲ ਕੇ 16 ਤਰੀਕ ਕਰ ਦਿੱਤੀ ਜੀ। ਉਹਦੇ 'ਚ ਫਿਰ ਕੁਝ ਭਾਵਨਾਵਾਂ ਭੜਕਦੀਆਂ ਨੇ, ਇਸ ਕਰਕੇ ਉਹ 16 ਕਰ ਦਿਓ। ਸੋ ਇਹਨਾਂ ਦੀ ਜਿਹੜੀ ਆਪਣੀ ਸਟੇਬਿਲਿਟੀ ਆ ਉਹ ਕਿਤੇ ਵੀ ਜਾ ਕੇ ਨਹੀਂ ਖੜਦੀ ਹੈਗੀ। ਜੇ ਤੁਹਾਡੇ ਕੋਲ 40-40 ਸਾਲ ਦਾ ਤਜਰਬਾ ਹੈ ਤੇ ਫਿਰ ਤੁਸੀਂ ਪਹਿਲਾਂ ਹੀ ਸੋਚ ਸਮਝ ਕੇ ਜਿਹੜੀ ਆ ਉਹ ਸਟੇਟਮੈਂਟ ਕਿਉਂ ਨਹੀਂ ਦਿੰਦੇ, ਜਾਂ ਤੁਸੀਂ ਵਿਚਾਰਦੇ ਨਹੀਂ, ਜਾਂ ਤੁਸੀਂ ਉਸ ਚੀਜ਼ ਦੇ ਉੱਤੇ ਕੋਈ ਗੱਲਬਾਤ ਨਹੀਂ ਕਰਦੇ, ਜਾਂ ਤੁਸੀਂ ਸਿਰਫ ਇਕੱਲੇ ਇੱਕ ਸਟੇਟਮੈਂਟ ਜਾਰੀ ਕਰਨ ਤੱਕ ਹੀ ਜਿਹੜਾ ਉਹ ਰਹਿੰਦੇ ਹੈਗੇ ਹੋ। ਅੱਜ ਸਾਡਾ ਇਹ ਮਕਸਦ ਹੈਗਾ ਕਿ ਇਹਨਾਂ ਲੋਕਾਂ ਦੀ ਭੂਮਿਕਾ ਕੀ ਆ, ਇਹ ਲੋਕ ਕੀ ਸੋਚਦੇ ਨੇ, ਕਿੱਦਾਂ ਦੀ ਇਹਨਾਂ ਦੀ ਸੋਚਣੀ ਹੈਗੀ ਆ। ਬਹੁਤ ਸਾਰੇ ਅਜਿਹੇ ਪਹਿਲੂ ਨੇ, ਸਾਨੂੰ ਵੀ ਕਈ ਵਾਰੀ ਰੋਕਿਆ ਜਾਂਦਾ ਕਿ ਤੁਸੀਂ ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਕਿਸਾਨੀ ਮੋਰਚੇ ਨੂੰ ਜਿਹੜਾ ਉਹਦੀ ਢਾਹ ਲੱਗਦੀ ਆ, ਤੁਸੀਂ ਇਹੋ ਜਿਹੀ ਕੋਈ ਗੱਲਬਾਤ ਜਿਹੜੀ ਉਹ ਨਾ ਕਰਿਓ। ਪਰ ਲੇਕਿਨ ਗੱਲ ਇੱਦਾਂ ਹੈਗੀ ਆ ਕਿ ਕਈ ਇਹੋ ਜਿਹੇ ਪਹਿਲੂ ਨੇ, ਜੇ ਕੋਈ ਨੁਮਾਇੰਦਗੀ ਕਰ ਰਹੀ ਧਿਰ ਆ ਉਹਨੂੰ ਜੇ ਤੁਸੀਂ ਸਵਾਲ ਦੇ ਜਾਂ ਕਟਹਿਰੇ 'ਚ ਨਹੀਂ ਖੜੇ ਕਰੋਗੇ ਤਾਂ ਉਹ ਤੇ ਫਿਰ ਆਪਣੀਆਂ ਮਨਮਰਜ਼ੀਆਂ ਕਰਦੇ ਆ ਰਹੇ ਨੇ ਪਿਛਲੇ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਤੇ ਉਹ ਕਰਦੇ ਰਹਿਣਗੇ। ਜਦੋਂ ਇਹਨਾਂ ਦਾ ਜਦੋਂ ਤੁਸੀਂ ਲੜੀ ਜੋੜਦੇ ਹੋ, ਜਦੋਂ ਇਹਨਾਂ ਦਾ ਤੁਸੀਂ ਵਰਤੀਰੇ ਨੂੰ ਦੇਖਦੇ ਹੈਗੇ ਹੋ ਤਾਂ ਉਦੋਂ ਤੁਹਾਨੂੰ ਇੱਕੋ ਜਿਹਾ ਹੀ ਸਾਰਾ ਕੁਝ ਇਹਨਾਂ ਦਾ ਜਿਹੜਾ ਉਹ ਦਿਖੇਗਾ। ਇਹਨਾਂ ਦੀਆਂ ਸਟੇਟਮੈਂਟ, ਇਹਨਾਂ ਦੇ ਐਕਸ਼ਨ, ਇਹਨਾਂ ਦੇ ਰਿਐਕਸ਼ਨ ਜਿਹੜੇ ਨੇ ਉਹ ਤਕਰੀਬਨ ਇੱਕੋ ਜਿਹੇ ਦਿਖਣਗੇ। ਜਦ ਉਦੋਂ ਬੈਰੀਗੇਡ ਤੋੜੇ ਗਏ ਸੀਗੇ ਉਸ ਟਾਈਮ ਦੇ ਉੱਤੇ ਜਦੋਂ ਦਿੱਲੀ ਪਹੁੰਚਣਾ ਸੀਗਾ, ਤੇ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਇਹ ਬੈਰੀਗੇਡ ਤੋੜਨ ਵਾਲੇ ਜਿਹੜੇ ਨੇ ਉਹ ਸਾਡੇ ਬੰਦੇ ਨਹੀਂ ਹੈਗੇ, ਇਹ ਹੋਰ ਕੋਈ ਨੇ ਜਿਨ੍ਹਾਂ ਨੇ ਬੈਰੀਗੇਡ ਤੋੜ ਦਿੱਤੇ। ਜਦੋਂ ਬੈਰੀਗੇਡ ਟੁੱਟ ਕੇ ਅੱਗੇ ਆ ਗਏ ਤੇ ਜਿਹੜਾ ਸਮਾਂ ਆ ਗਿਆ ਕਿ ਹੁਣ
ਜਿਹੜਾ ਇਸ ਸਟੇਜ ਨੂੰ ਸਾਂਭਣ ਦੀ ਗੱਲ ਆ ਗਈ ਤੇ ਉਦੋਂ ਇਹਨਾਂ ਨੇ ਭੱਜ ਕੇ ਜਾ ਕੇ ਉੱਥੇ ਨੁਮਾਇੰਦਗੀਆਂ ਲੈ ਲਈਆਂ ਤੇ ਸਟੇਜ ਵੀ ਜਿਹੜੀ ਆ ਉਹ ਸਾਂਭ ਲਈ। ਉਸ ਤੋਂ ਬਾਅਦ ਆ ਕੇ 26 ਜਨਵਰੀ ਵਾਲੀ ਘਟਨਾ ਜਿਹੜੀ ਆ ਹੋ ਜਾਂਦੀ ਹੈਗੀ ਆ ਕਿ ਜਦੋਂ ਉਸ ਵਹਿਣ ਦੇ ਵਿੱਚ, ਕਿਉਂਕਿ ਉੱਥੇ ਜਿਹੜਾ ਖਾਲਸਾਈ ਰਵਾਇਤਾਂ ਮੁਤਾਬਕ ਜਿਸ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਕਿਸੇ ਦੁਸ਼ਮਣ ਦੇ ਨਾਲ ਲੜ ਰਹੇ ਹੁੰਦੇ ਹੋ, ਤੁਸੀਂ ਜੰਗ ਦੇ ਮੈਦਾਨ 'ਚ ਹੁੰਦੇ ਹੋ, ਤਾਂ ਉਦੋਂ ਫਿਰ ਇੱਕ ਵਹਿਣ ਹੁੰਦਾ, ਇੱਕ ਤੁਹਾਡੇ ਕੋਲ ਇੱਕ ਆਪਣੀ ਪਾਵਰ ਹੁੰਦੀ ਆ ਜਿਸ ਪਾਵਰ ਨੂੰ ਤੁਸੀਂ ਵਰਤਣਾ ਹੁੰਦਾ। ਉਦੋਂ ਵੀ ਇਹ ਜਿਹੜੇ ਲੋਕ ਨੇ ਇਹ ਆਪਣੇ ਬਿਆਨ ਜਿਹੜੇ ਨੇ ਉਹ ਬਦਲ ਕੇ ਸਰਕਾਰ ਦੇ ਮੁਤਾਬਕ ਜਿਹੜਾ ਹੈ ਉਹ ਢਲਦੇ ਤੇ ਚੱਲਦੇ ਰਹੇ। ਤੇ ਇਹਨਾਂ ਨੇ ਫਿਰ ਬਾਅਦ ਵਿੱਚ ਜੋ ਕੁਝ ਉੱਥੇ ਵਾਪਰਿਆ ਉਹਦੇ ਤੋਂ ਇਹਨਾਂ ਨੇ ਪੱਲਾ ਝਾੜ ਲਿਆ ਜੀ, ਇਹ ਤਾਂ ਕੋਈ ਹੋਰ ਲੋਕ ਨੇ, ਸਾਡਾ ਇਹਨਾਂ ਦੇ ਨਾਲ ਕੋਈ ਵਾਹ ਵਾਸਤਾ ਜਿਹੜਾ ਉਹ ਹੈ ਨਹੀਂ। ਫਿਰ ਬਹੁਤ ਸਾਰਾ ਕੁਝ ਹੋਰ ਹੁੰਦਾ ਰਿਹਾ, ਵਿੱਚ ਘਟਨਾਵਾਂ ਹੁੰਦੀਆਂ ਰਹੀਆਂ, ਉਹਦੇ ਵਿੱਚ ਵੀ ਇਹ ਕਹਿੰਦੇ ਰਹੇ ਕਿ ਸਾਡਾ ਇਹਨਾਂ ਨਾਲ ਵਾਹ ਵਾਸਤਾ ਕੋਈ ਨਹੀਂ। ਨਿਹੰਗ ਸਿੰਘਾਂ ਦੇ ਉੱਤੇ ਜਾਂ ਨਿਹੰਗ ਸਿੰਘਾਂ ਦੇ ਇਸ ਕੈਂਪ ਦੇ ਉੱਤੇ ਲਗਾਤਾਰ ਇਹ ਰਾਜੇਵਾਲੀ ਕੱਲਾ ਬਿਆਨ ਦਿੰਦਾ ਰਿਹਾ, ਹੋਰ ਵੀ ਬਹੁਤ ਸਾਰੇ ਦਿੰਦੇ ਰਹੇ ਨੇ ਕਿ ਇਹਨਾਂ ਦਾ ਇੱਥੇ ਕੀ ਕੰਮ ਆ, ਇਹ ਚਲੇ ਜਾਣ ਇੱਥੋਂ, ਇਹਨਾਂ ਦੇ ਵਾਸਤੇ ਇਹ ਸਾਡੇ ਮੋਰਚੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ। ਦੇਖੋ ਗੱਲ ਏਦਾਂ ਕਿ ਪੰਜਾਬ ਦੇ ਜਿਹੜੇ ਵਾਰਿਸ ਨੇ ਨਾ, ਜਾਂ ਜਿਹੜੇ ਪੰਜਾਬ ਤੇ ਪੰਜਾਬੀਅਤ ਵਾਸਤੇ ਖੜੇ ਨੇ, ਜਿਹੜੇ ਆਪਣੇ ਜ਼ਮੀਨ ਵਾਸਤੇ ਖੜੇ ਨੇ, ਉਹ ਕੋਈ ਬਾਹਰੋਂ ਤੇ ਆ ਕੇ ਡਿੱਗੇ ਨਹੀਂ ਹੈਗੇ। ਜੇ ਕਿਸੇ ਨੇ ਨਿਹੰਗ ਜਥੇਬੰਦੀ ਨੂੰ ਜੁਆਇਨ ਕਰ ਲਿਆ ਤਾਂ ਉਹ ਕਿਸੇ ਪਰਿਵਾਰਕ ਪਿਛੋਕੜ ਦਾ ਹਿੱਸਾ ਤਾਂ ਜ਼ਰੂਰ ਹੋਣਗੇ, ਉਹ ਕਿਸੇ ਪਰਿਵਾਰ ਨੂੰ ਬਿਲੋਂਗ ਤਾਂ ਜ਼ਰੂਰ ਕਰਦੇ ਹੋਣਗੇ, ਉਹਦੇ ਚੋਂ ਕਿਸਾਨੀ ਮਜ਼ਦੂਰੀ ਦੇ ਨਾਲ ਵੀ ਸੰਬੰਧਿਤ ਹੋਣਗੇ, ਤੇ ਉਹ ਲੋਕਾਂ ਦੇ ਮਨ ਦੇ ਵਿੱਚ ਵੀ ਉਹਨਾਂ ਦਰਦ ਹੈਗਾ, ਉਨੀ ਉਹ ਉਸ ਤਰ੍ਹਾਂ ਦੀ ਭਾਵਨਾ ਰੱਖਦੇ ਨੇ ਕਿ ਇਹ ਜਿਹੜਾ ਧੱਕਾ ਹੋ ਰਿਹਾ, ਇਸ ਧੱਕੇ ਦੇ ਖਿਲਾਫ ਅਸੀਂ ਖੜਨਾ, ਜ਼ੁਲਮ ਦੇ ਖਿਲਾਫ ਖੜਨਾ, ਇਹ ਗੁਰੂ ਸਾਹਿਬ ਵੱਲੋਂ ਉਹਨਾਂ ਦੇ ਉੱਤੇ ਬਖਸ਼ਿਸ਼ ਆ। ਪਰ ਲੇਕਿਨ ਇਹ ਕਾਮਰੇਡ ਲਾਣਾ ਜਿਹੜਾ ਇਹ ਉਹਨਾਂ ਦੇ ਉੱਤੇ ਵੀ ਸਵਾਲ ਜਾਂ ਸਵਾਲੀਆ ਨਿਸ਼ਾਨ ਚੁੱਕਣ ਤੋਂ ਜਿਹੜਾ ਉਹ ਬਾਜ਼ ਨਹੀਂ ਪਿੱਛੇ ਆਉਂਦਾ ਰਿਹਾ। ਤੇ ਇਹੀ ਜਿਹੜਾ ਇਹਨਾਂ ਨੇ ਸਟੇਟਮੈਂਟ ਜਿਹੜੀ ਆ ਉਹ ਜਦੋਂ ਇਹ ਘਟਨਾਕ੍ਰਮ ਹੋ ਗਿਆ ਤੇ ਇੱਕਦਮ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਕਿ ਸਾਡਾ ਇਹਨਾਂ ਦੇ ਨਾਲ ਕੋਈ ਵੀ ਜਿਹੜਾ ਵਾਹ ਵਾਸਤਾ ਨਹੀਂ ਹੈਗਾ। ਫਿਰ ਇੱਕ ਗੋਲਮੋਲ ਜੀ ਸਟੇਟਮੈਂਟ ਉੱਥੇ ਦਿੰਦੇ ਨੇ ਕਿ ਜੇ ਕੋਈ ਧਾਰਮਿਕ ਗ੍ਰੰਥ ਜਾਂ ਧਾਰਮਿਕ ਚਿੰਨ੍ਹ ਨੂੰ ਅਗਰ ਕੋਈ ਉਹਦੀ ਬੇਅਦਬੀ ਕਰਦਾ ਤੇ ਉਹਦੀ ਵੀ ਅਸੀਂ ਨਿੰਦਾ ਕਰਦੇ ਹਾਂ, ਤੇ ਜੇ ਕਿਸੇ ਵਿਅਕਤੀ ਦਾ ਕਤਲ ਕਰ ਦਿੱਤਾ ਜਾਂਦਾ ਤੇ ਉਹਦੀ ਵੀ ਅਸੀਂ ਨਿੰਦਾ ਕਰਦੇ ਹੈਗੇ ਹਾਂ। ਮੈਨੂੰ ਸਮਝ ਨਹੀਂ ਆਉਂਦੀ, ਬੀਬੀਆਂ ਦਾੜੀਆਂ ਰੱਖ ਕੇ ਕਈ ਵਾਰੀ ਤਾਂ ਗਾਤਰੇ ਵੀ ਇਹ ਲੋਕ ਦਿਖਾਉਂਦੇ ਨੇ, ਤੇ ਇਹਨਾਂ ਦੇ ਜਿਹੜੇ ਐਕਸ਼ਨ ਨੇ ਜਾਂ ਇਹਨਾਂ ਦੇ ਜਿਹੜੇ ਰਿਐਕਸ਼ਨ ਨੇ, ਜਿੱਦਾਂ ਦਾ ਇਹ ਵਿਹਾਰ ਕਰਦੇ ਨੇ, ਇਹ ਇੱਕ ਕਿਸਮ ਦੇ ਗੁਰੂ ਤੋਂ ਬੇਮੁਖ ਹੋਏ ਜਿਹੜੇ ਢੋਂਗੀ ਜਿਹੜੇ ਇਹ ਲੋਕ ਨੇ, ਅਸਲ ਦੇ ਵਿੱਚ ਇਹਨਾਂ ਦੇ ਵਿੱਚ ਇੱਕ ਚੀਜ਼ ਵੜ ਚੁੱਕੀ ਆ ਕਿ ਇਹ ਬਾਰ-ਬਾਰ ਉੱਥੋਂ ਸਟੇਟਮੈਂਟਾਂ ਦਿੰਦੇ ਰਹੇ ਨੇ ਕਿ ਭਾਈ ਆਪਣੇ ਧਰਮ ਨੂੰ ਘਰ ਰੱਖੇ ਆਇਓ। ਹੁਣ ਮੈਨੂੰ ਇਹ ਦੱਸੋ ਕਿ ਜਿਹੜਾ ਧਰਮ ਆ ਇਹ ਕੋਈ ਇਹੋ ਜਿਹਾ ਕੱਪੜਾ ਕਿ ਜਿਹੜਾ ਤੁਸੀਂ ਕਦੀ ਪਾ ਲਿਆ ਤੇ ਕਦੀ ਲਾ ਲਿਆ। ਜੇ ਕੋਈ ਗੁਰੂ ਦਾ ਸਿੱਖ ਆ ਤੇ ਉਹ ਕਿਸਾਨ ਵੀ ਆ ਤੇ ਉਹ ਆਪਣੇ ਧਰਮ ਨੂੰ ਕਿਵੇਂ ਛੱਡ ਕੇ ਆਵੇ? ਉਹ ਆਪਣੀਆਂ ਧਾਰਮਿਕ ਭਾਵਨਾਵਾਂ ਜਾਂ ਧਾਰਮਿਕ ਪਰੰਪਰਾਵਾਂ ਕਿਵੇਂ ਛੱਡ ਕੇ ਆਵੇ? ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ, ਬਿਲਕੁਲ ਪਤਾ ਇਹਨਾਂ ਨੂੰ। ਪਰ ਸਵਾਲ ਇੱਥੇ ਹੋਰ ਆਣ ਕੇ ਖੜ ਜਾਂਦੇ ਨੇ। ਅਸਲ ਵਿੱਚ ਬੜੇ ਖਾਸ ਸਰੋਤਾਂ ਤੋਂ ਇਸ ਚੀਜ਼ ਦਾ ਜਿਹੜਾ ਹੈ ਸਾਡੇ ਤੱਕ ਖਬਰ ਪਹੁੰਚਦੀ ਹੋਈ ਆ ਕਿ ਇਸ ਟਾਈਮ ਦੇ ਉੱਤੇ ਹੁਣ ਇਹ ਨਾ ਤਕਰੀਬਨ ਮੋਰਚੇ ਨੂੰ ਖਤਮ ਕਰਨ ਦੀ ਤਿਆਰੀ ਦੇ ਵਿੱਚ ਨੇ ਕਿ ਨਵੰਬਰ ਤੋਂ ਪਹਿਲਾਂ ਅਕਤੂਬਰ ਦੇ ਅਖੀਰ ਤੱਕ ਕੋਈ ਨਾ ਕੋਈ ਭੱਜਣ ਦਾ ਤਰੀਕਾ ਜਿਹੜਾ ਉਹ ਅਪਣਾ ਲਿਆ ਜਾਵੇ, ਤੇ ਅਪਣਾ ਕੇ ਇਸ ਤਰ੍ਹਾਂ ਦਾ ਨਾਲ ਅਪਣਾਇਆ ਜਾਵੇ ਕਿ ਸਾਰੀ ਦੀ ਸਾਰੀ ਜਿਹੜੀ ਗੇਮ ਆ ਜਾਂ ਸਾਰੇ ਦਾ ਸਾਰਾ ਇਲਜ਼ਾਮ ਆ ਉਹ ਸਿੱਖੀ ਪਰੰਪਰਾਵਾਂ ਦੇ ਉੱਤੇ ਸਿੱਟ ਦਿੱਤਾ ਜਾਵੇ, ਤੇ ਉੱਥੇ ਜਾ ਕੇ ਪੰਜਾਬ ਦੇ ਵਿੱਚ ਅਸੀਂ ਫੇਰ ਲੋਕਾਂ ਨੂੰ ਜਿਹੜਾ ਹੈ ਉਹ ਉਲਝਾ ਸਕੀਏ ਕਿ ਅਸੀਂ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਜਿਹੜਾ ਸੀਗਾ ਧਰਨਾ ਲਾਇਆ ਸੀ, ਪਰ ਇਹ ਕੁਛ ਗਰਮ ਖਿਆਲੀ ਜਾਂ ਕੁਛ ਵੀ ਕਹਿ ਲਓ ਕਿ ਜਿਹੜੇ ਸਿੱਖ ਪਰੰਪਰਾਵਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਨਿਭਾ ਰਹੇ ਨੇ, ਇਹਨਾਂ ਲੋਕਾਂ ਨੇ ਉੱਥੇ ਜਾ ਕੇ ਅਜਿਹੀਆਂ ਕਾਰਵਾਈਆਂ ਕੀਤੀਆਂ ਜਿਨ੍ਹਾਂ ਕਾਰਵਾਈਆਂ ਕਰਕੇ ਸਾਨੂੰ ਜਿਹੜਾ ਮੋਰਚਾ ਜਿਹੜਾ ਹੈ ਉਹ ਸਾਡਾ ਫੇਲ ਹੋ ਗਿਆ, ਜਾਂ ਉਸ ਮੋਰਚੇ ਨੂੰ ਸਰਕਾਰ ਨੇ ਧੱਕੇ ਦੇ ਨਾਲ ਚੁਕਵਾ ਦਿੱਤਾ, ਜਾਂ
ਇਸ ਤਰ੍ਹਾਂ ਦੀ ਕੋਈ ਗੇਮ ਇਹ ਖੇਡਣ ਦੀ ਤਿਆਰੀ ਦੇ ਵਿੱਚ ਹੈ ਨਹੀਂ, ਕਿਉਂਕਿ ਇਹ ਲੋਕ ਹੁਣ ਇਹ ਚਾਹੁੰਦੇ ਨੇ ਕਿ ਅਕਤੂਬਰ ਐਂਡ ਤੱਕ ਜਾਂ ਨਵੰਬਰ ਦੇ ਪਹਿਲੇ ਹਫਤੇ ਤੋਂ ਪਹਿਲਾਂ ਉੱਥੋਂ ਜਿਹੜੀ ਡੰਡੀ ਡੋਰੀ ਜਿਹੜੀ ਆ ਉਹ ਚੁਕਾ ਲਈ ਜਾਵੇ, ਕਿਉਂਕਿ ਇਹ ਸਾਰੀਆਂ ਗੱਲਾਂ ਬਾਤਾਂ ਅਨਆਫੀਸ਼ੀਅਲ ਮੀਟਿੰਗ ਇਹਨਾਂ ਦੀਆਂ ਸਰਕਾਰ ਦੇ ਨਾਲ ਜਿਹੜੀਆਂ ਨੇ ਉਹ ਲਗਾਤਾਰ ਹੁੰਦੀਆਂ ਨੇ। ਹਰ ਉਹ ਚੀਜ਼ ਇਹ ਗ੍ਰਹਿ ਮੰਤਰੀ ਸਾਰਾ ਕੁਝ ਉਹਨੂੰ ਦੱਸਦੇ ਨੇ, ਉਹਦੇ ਇਹ ਪਿਆਦੇ ਬਣੇ ਹੋਏ ਨੇ, ਉਹਦੀਆਂ ਇਹ ਚਪਲਾਂ 'ਚ ਬੈਠੇ ਹੋਏ ਨੇ। ਅਸਲ ਦੇ ਵਿੱਚ ਇਹਦੇ 'ਚ ਕਿਸੇ ਨੂੰ ਕੋਈ ਸੰਕੋਚ ਕਹਿ ਕੇ ਗੱਲ ਕਹਿਣ ਨੂੰ ਦਿਲ ਕਰਦਾ ਹੋਏਗਾ, ਜਾਂ ਉਹ ਡਰਦਾ ਹੋਏਗਾ, ਜਾਂ ਉਹਨੂੰ ਇਦਾਂ ਲੱਗਦਾ ਹੋਏਗਾ ਕਿ ਮੈਂ ਇਹ ਗੱਲ ਨਹੀਂ ਕਰਨੀ, ਪਰ ਅਸੀਂ ਆਪਣੇ ਇਸ ਪਲੇਟਫਾਰਮ ਤੋਂ ਬੜੇ ਸਪਸ਼ਟ ਤਰੀਕੇ ਦੇ ਨਾਲ ਬਿਲਕੁਲ ਆਪਣੇ ਜਿਹੜੇ ਸਾਡੇ ਸਰੋਤ ਨੇ ਉਹਨਾਂ ਤੋਂ ਇਹ ਤੁਹਾਡੇ ਤੱਕ ਜਾਣਕਾਰੀ ਪਹੁੰਚਦੀ ਕਰ ਰਹੇ ਹੈਗੇ ਆ ਕਿ ਇਹਨਾਂ ਦਾ ਇਸ ਟਾਈਮ ਦੇ ਉੱਤੇ ਇਰਾਦਾ ਸਿਰਫ ਇਹ ਆ, ਤੇ ਇਹ ਧੋਖਾ ਇਹਨਾਂ ਨੇ ਬਹੁਤ ਚਿਰ, ਅਸੀਂ ਤਾਂ ਅੱਜ ਤੋਂ ਤਕਰੀਬਨ 26 ਜਨਵਰੀ ਨੂੰ ਤੋਂ ਬਾਅਦ 27 ਵਾਲੇ ਪ੍ਰੋਗਰਾਮ ਦੇ ਵਿੱਚ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ। ਸਾਡੇ ਕੋਲ ਬਹੁਤ ਖਾਸ ਜਿਹੜੇ ਸੀਗੇ ਉਹ ਉਸ ਟਾਈਮ ਦੇ ਉੱਤੇ ਸਾਡੇ ਕੋਲ ਸਾਡੇ ਸਰੋਤਾਂ ਤੋਂ ਇਹ ਜਾਣਕਾਰੀ ਮਿਲ ਚੁੱਕੀ ਸੀ ਕਿ ਇਹਨਾਂ ਦੇ ਨਾਲ, ਇਹਨਾਂ ਦੀ ਸਰਕਾਰ ਦੇ ਨਾਲ ਅੰਡਰਸਟੈਂਡਿੰਗ ਜਿਹੜੀ ਆ ਉਹ ਬਣ ਚੁੱਕੀ ਹੈਗੀ ਆ। ਤੇ ਹੁਣ ਇਹ ਜਿਹੜਾ ਲੰਮਾ ਸਮਾਂ ਹੁਣ ਇਸ ਟਾਈਮ ਦੇ ਉੱਤੇ ਦੇਖਿਆ, ਤੇ ਉੱਥੇ ਤੁਸੀਂ ਦੇਖਿਆ ਹੋਣਾ ਕਿ ਸਿਰਫ ਇੱਕ ਉੱਥੇ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ, ਇਹ ਲੀਡਰ ਸੰਘਰਸ਼ ਨਹੀਂ ਕਰ ਰਹੇ ਹੈਗੇ, ਕਿਉਂਕਿ ਇਹ ਸੰਘਰਸ਼ ਦੇ ਰਾਹ ਹੀ ਨਹੀਂ ਸੀ ਤੁਰੇ ਹੈਗੇ। ਇਹ ਇੱਕ ਸਰਕਾਰ ਨੇ ਥਾਪ ਦਿੱਤੇ ਉੱਥੇ ਕਿ ਤੁਸੀਂ ਹੁਣ ਇਹ ਚੀਜ਼ ਨੂੰ ਸਾਂਭਣਾ, ਤੇ ਇਹਨੂੰ ਹੁਣ ਤੁਸੀਂ ਲੋਕਾਂ ਨੂੰ ਕਿਵੇਂ ਤੁਸੀਂ ਜਿਹੜਾ ਹੈ ਮੂਰਖ ਬਣਾ ਕੇ ਰੱਖਣਾ ਹੈਗਾ। ਰਾਜੇਵਾਲ ਹਰ ਉਸ ਘਟਨਾ ਵੇਲੇ ਜਾਂ ਉਹ ਜੇ ਵਰਤਾਰੇ ਵੇਲੇ ਹਮੇਸ਼ਾ ਕਿਤੇ ਨਾ ਕਿਤੇ ਜਾਂ ਤਾਂ ਘਰ ਹੁੰਦਾ ਜਾਂ ਕਿਸੇ ਬੰਨੇ ਹੋਰ ਹੁੰਦਾ ਹੈਗਾ, ਜਿਹਨੂੰ ਬਹੁਤੇ ਸਾਡੇ ਮੀਡੀਆ ਵਾਲੇ ਬਾਪੂ ਜੀ ਕਰਦੇ ਫਿਰਦੇ ਨੇ, ਕਿਉਂਕਿ ਇਹਨਾਂ ਦੇ ਪਿਛੋਕੜ 'ਚ ਜਾਣਾ ਪੈਣਾ। ਇਹਨਾਂ ਦੀ ਔਕਾਤ ਜਿਹੜੀ ਹੈਗੀ ਆ ਉਹ ਬਿਲਕੁਲ ਲੋਕਾਂ ਦੇ ਸਾਹਮਣੇ ਆ ਜਾਣੀ ਹੈ, ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਨੰਗਿਆ ਕਰ ਦੇਣਾ ਬਿਲਕੁਲ। ਇਹ ਸੋਚਦੇ ਨੇ ਕਿ ਅਸੀਂ ਇਹਨਾਂ ਦੇ ਜਿਹੜਾ ਮੜ ਕੇ ਤੇ ਆਪ ਸਾਫ਼ ਚਿੱਟੇ ਦੁੱਧ ਧੋਤੇ ਹੋ ਕੇ ਇੱਥੋਂ ਨਿਕਲ ਕੇ ਤੇ ਆਪਾਂ ਜਿਹੜੀ ਸਾਰਾ ਇਲਜ਼ਾਮ ਇਹਨਾਂ ਦੇ ਉੱਤੇ ਮੜ ਕੇ ਤੇ ਅਸੀਂ ਦੁੱਧ ਧੋਤੇ ਹੋ ਕੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਚੱਲ ਜਾਵਾਂਗੇ। ਇਹ ਭਾਈ ਹੁਣ ਇਹ ਤੁਹਾਡੀ ਗੱਲ ਇਹ ਚੱਲਣੀ ਨਹੀਂ, ਕਿਉਂਕਿ ਦੁਨੀਆ ਬਹੁਤ ਜ਼ਿਆਦਾ ਜਾਗ ਚੁੱਕੀ ਹੈਗੀ ਆ। ਜਿੱਦਣ ਕਿਤੇ ਤੁਸੀਂ ਕਿਤੇ ਇਹ ਚੀਜ਼ ਸਟੈਪ ਲਈ ਨਾ, ਤੇ ਜਿਹੜੇ ਬੋਲਦੇ ਨਹੀਂ ਨਾ ਇਸ ਟਾਈਮ ਦੇ ਉੱਤੇ, ਉਹਨਾਂ ਨੇ ਵੀ ਫਿਰ ਤੁਹਾਡੇ ਪੋਤੜੇ ਫੁੱਲਣੇ ਜਿਹੜੇ ਨੇ ਉਹ ਸ਼ੁਰੂ ਕਰ ਦੇਣੇ ਹੈਗੇ ਨੇ। ਸੋ ਇਹਨਾਂ ਦੇ ਜਿਹੜੀਆਂ ਇਹਨਾਂ ਦੀਆਂ ਸਟੇਟਮੈਂਟ ਹੁੰਦੀਆਂ ਨੇ, ਜਾਂ ਜਿਹੜੇ ਇਹਨਾਂ ਦੇ ਬਿਆਨਬਾਜ਼ੀਆਂ ਕਰਦੇ ਨੇ, ਜਾਂ ਜਿਹੜੇ ਕੋਈ ਐਕਸ਼ਨ ਕਰਦੇ ਨੇ, ਉਹਦੇ ਵਿੱਚ ਦਮਖਮ ਕੋਈ ਨਹੀਂ ਹੈ। ਉਹਦੇ ਵਿੱਚ ਜਿਹੜੀ ਅਸਲੀ ਰੂਹ ਸੀ ਨਾ, ਉਸ ਮੋਰਚੇ ਦੀ ਅਸਲੀ ਰੂਹ ਤੇ ਸੀਗੇ ਆਮ ਲੋਕ, ਜਿਹੜਾ ਕੋਈ ਅਸਲੀ ਆਪਣੇ ਆਪ ਨੂੰ ਉਸ ਦੇ ਵਿੱਚ ਜਿਸ ਨੇ ਝੋਕਿਆ ਹੋਇਆ ਉਸ ਸੰਘਰਸ਼ ਦੇ ਵਿੱਚ, ਤੇ ਸਮਰਪਿਤ ਆ, ਮਨ ਧਨ ਕਰਕੇ ਉਹ ਸਮਰਪਿਤ ਆ। ਪਰ ਇਹ ਲੋਕ ਕਿਸੇ ਵੀ ਤਰ੍ਹਾਂ ਦੇ ਨਾਲ ਸਮਰਪਿਤ ਨਹੀਂ ਹੈਗੇ। ਇਹ ਲੋਕ ਸਿਰਫ ਆਪਣੀ, ਸਾਡੇ ਥੋੜੇ ਜਿਹੇ ਸੋ ਕਾਲਡ ਮੀਡੀਆ ਨੇ ਜਿਹੜਾ ਇਹਨਾਂ ਨੂੰ ਐਡੇ ਵੱਡੇ ਕਰ ਦਿੱਤਾ, ਬਿਨਾਂ ਵਜ੍ਹਾ ਐਡੇ ਵੱਡੇ ਕਰ ਦਿੱਤਾ। ਕੋਈ ਸਰਕਾਰ ਨੇ ਇਹਨਾਂ ਨੂੰ ਐਡੇ ਵੱਡੇ ਕਰਕੇ ਪੇਸ਼ ਕਰ ਦਿੱਤਾ ਕਿ ਅੱਜ ਇਹਨਾਂ ਨੂੰ ਐਂ ਲੱਗਦਾ ਕਿ ਅਸੀਂ ਜੋ ਵੀ ਕਵਾਂਗੇ ਸਿਰਫ ਸਾਡੀ ਗੱਲ ਨੂੰ ਹੀ ਸੱਚ ਜਿਹੜਾ ਉਹ ਮੰਨਿਆ ਜਾਵੇਗਾ। ਸੋ ਬੜੀ ਸਪਸ਼ਟ ਜੀ ਗੱਲ ਆ ਜਾਂਦੀ ਹੈਗੀ ਆ, ਬੜਾ ਸਾਫ਼ ਜਿਹਾ ਇਹ ਗੱਲ ਆ ਜਾਂਦੀ ਹੈਗੀ ਆ ਕਿ ਇਸ ਪਹਿਲੂ ਦੇ ਉੱਤੇ ਸਾਨੂੰ ਨਜ਼ਰ ਜਿਹੜੀ ਆ ਉਹ ਮਾਰਨੀ ਪਏਗੀ, ਦੇਖਣਾ ਪਏਗਾ, ਸੋਚਣਾ ਪਏਗਾ, ਸਮਝਣਾ ਪਏਗਾ ਕਿ ਭਾਈ ਇਹ ਇਸ ਟਾਈਮ ਦੇ ਉੱਤੇ ਕਰ ਕੀ ਰਹੇ ਹੈਗੇ ਨੇ ਤੇ ਹੋ ਕੀ ਰਿਹਾ ਹੈਗਾ। ਤੇ ਇਹ ਵੀ ਕਹਿਣ ਤੋਂ ਮੈਂ ਗਰੇਜ਼ ਨਹੀਂ ਕਰਦਾ ਕਿ ਹੋ ਸਕਦਾ ਕਿ ਆ ਜੋ ਕੁਛ ਹੋਇਆ ਇਹਦੇ ਪਿੱਛੇ ਇਹਨਾਂ ਦੇ ਹੀ ਜਿਹੜੇ ਸੈੱਲ ਨੇ ਕਿਤੇ ਉਹ ਹੀ ਨਾ ਕੰਮ ਕਰਦੇ ਹੋਣ। ਇਹ ਵੀ ਕਹਿਣ ਤੋਂ ਮੈਂ ਗਰੇਜ਼ ਨਹੀਂ ਕਰ ਰਿਹਾ ਹੈਗਾ, ਕਿਉਂਕਿ ਇਹ ਉਸ ਦਾ ਹਿੱਸਾ ਹੋ ਸਕਦੇ ਨੇ, ਕਿਉਂਕਿ ਇਹ ਚਾਹੁੰਦੇ ਨੇ ਕਿ ਹੁਣ ਉੱਥੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭੱਜਿਆ ਜਾਵੇ, ਪਰ ਭੱਜਿਆ ਇਸ ਤਰ੍ਹਾਂ ਦੇ ਨਾਲ ਜਾਵੇ ਕਿ ਕਿਸੇ ਨਾ ਕਿਸੇ ਦੇ ਉੱਤੇ ਇਲਜ਼ਾਮ ਜਿਹੜਾ ਮੜ ਕੇ ਉੱਥੋਂ ਭੱਜਣ ਦੀ ਜਿਹੜੀ ਉਹ ਤਿਆਰੀ ਕਰ ਲਈਏ ਅਸੀਂ। ਸੋ ਸਮਾਂ ਇੱਕ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਤੇ ਅਗਲੇ ਇੱਕ ਪਹਿਲੂ ਦੇ ਉੱਤੇ ਵੀ ਆਪਾਂ ਜਿਹੜੀ ਖਾਸ ਪਹਿਲੂ ਆ ਉਹਦੇ ਉੱਤੇ ਜਿਹੜੀ ਨਜ਼ਰ ਆਪਾਂ ਮਾਰਦੇ ਹੈਗੇ ਆ, ਤੇ ਫਿਰ ਆਪਾਂ ਜਿਹੜਾ ਹੈ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ। ਉਮੀਦ ਕਰਦਾ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ। ਸਮੇਂ ਦੀ ਤਬਦੀਲੀ ਕੀਤੀ ਸੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ। ਹੁਣੇ ਪ੍ਰੋਗਰਾਮ 6 ਵਜੇ ਜਿਹੜਾ ਹੈ ਟੋਰਾਂਟੋ ਸਮੇਂ ਮੁਤਾਬਕ ਸ਼ਾਮ ਨੂੰ ਜਿਹੜਾ ਪੇਸ਼ ਕੀਤਾ ਜਾਂਦਾ। ਪਹਿਲਾਂ ਆਪਾਂ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਲੇਟ ਪੇਸ਼ ਕਰਦੇ ਸੀ, 9:30 ਵਜੇ ਪ੍ਰੋਗਰਾਮ ਆਉਂਦਾ ਸੀ, ਹੁਣ ਅਸੀਂ 6 ਵਜੇ ਕੀਤਾ ਹੈਗਾ। ਸੋ ਬਹੁਤ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਜਿਹੜਾ ਹੈ ਸਮੇਂ ਦੀ ਤਬਦੀਲੀ ਦਾ ਪਤਾ ਨਹੀਂ ਲੱਗਿਆ ਹੋਣਾ, ਪਰ ਲੇਕਿਨ ਅਸੀਂ ਵੀਕਐਂਡ ਦੇ ਦੌਰਾਨ ਅਸੀਂ ਪੋਸਟ ਜਿਹੜੀ ਹੈ ਉਹ ਇੱਕ ਪੋਸਟਰ ਜਿਹੜਾ ਹੈ ਜ਼ਰੂਰ ਤੁਹਾਡੇ ਤੱਕ ਪਹੁੰਚਦਾ ਕਰਾਂਗੇ, ਤਾਂ ਕਿ ਜਿਹੜੇ ਬਾਕੀ ਦਰਸ਼ਕ ਨੇ ਉਹ ਵੀ ਇਸ ਚੀਜ਼ ਨੂੰ ਜਿਹੜਾ ਹੈ ਉਹ ਦੇਖ ਸਕਣ। ਤੇ ਆਓ ਆਪਾਂ ਅਗਲੇ ਪਹਿਲੂ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ। ਫਿਰ ਦੂਸਰੀ ਗੱਲ ਆਪਾਂ ਜਿਹੜੀ ਮੇਨ ਕਰਾਂਗੇ ਉਹ ਇਹ ਹੈਗੀ ਆ ਕਿ ਜਦੋਂ ਇਹ ਸਾਰੀ ਘਟਨਾਕ੍ਰਮ ਹੋ ਗਿਆ, ਸਾਰਾ ਕੁਝ ਹੋ ਗਿਆ, ਹੁਣ ਇਹ ਇੱਕ ਖਾਸ ਪਹਿਲੂ ਆ ਜਿਹਦੇ ਉੱਤੇ ਸਾਨੂੰ ਨਜ਼ਰ ਜਿਹੜੀ ਉਹ ਮਾਰਨੀ ਚਾਹੀਦੀ ਹੈਗੀ ਆ ਕਿ ਜਦੋਂ ਹੁਣ ਮੈਂ ਇਸ ਪ੍ਰੋਗਰਾਮ ਦੀ ਅੱਜ ਸਮਾਪਤੀ ਜਿਹੜੀ ਹੈ ਕਰਨ ਤੋਂ ਪਹਿਲਾਂ ਇੱਕ ਖਾਸ ਪਹਿਲੂ ਆ ਕਿ ਉਸ ਬੰਦੇ ਨੂੰ ਦਿੱਲੀ ਤੱਕ ਪਹੁੰਚਦਾ ਕਿਵੇਂ ਕੀਤਾ ਗਿਆ, ਤੇ ਫਿਰ ਉਹ ਬੰਦਾ ਇੱਥੇ ਰਹਿੰਦਾ, ਉਹਨੂੰ ਕਿੱਦਾਂ ਪਲਾਨ ਕੀਤਾ ਗਿਆ, ਕਿੱਦਾਂ ਉਹਨੂੰ ਟ੍ਰੇਨਡ ਕੀਤਾ ਗਿਆ ਹੋਵੇਗਾ ਕਿ ਤੂੰ ਇਹ ਜਿਹੜੀ ਚੀਜ਼ ਆ ਇਸ ਤਰ੍ਹਾਂ ਦੇ ਨਾਲ ਕਰਨੀ ਆ, ਆਹ ਜਿਹੜੀ ਚੀਜ਼ ਆ ਇਹ ਬੇਅਦਬੀ ਇਸ ਤਰ੍ਹਾਂ ਦੇ ਨਾਲ ਕੀਤੀ ਜਾ ਸਕਦੀ ਹੈਗੀ ਆ। ਸਾਰਾ ਕੁਝ ਉਹਨੂੰ ਸਮਝਾਇਆ ਗਿਆ ਹੋਵੇਗਾ, ਸਾਰਾ ਕੁਝ ਉਹਨੂੰ ਦੱਸਿਆ ਗਿਆ ਹੋ ਸਕਦਾ। ਇੱਕ ਅੱਧਾ ਸੈੱਲ ਉੱਥੇ ਇਹਨਾਂ ਦੇ ਕੋਲ ਹੋਰ ਵੀ ਫਿਰਦਾ ਹੋਵੇ ਵੀ ਤੂੰ ਇੰਨੇ ਕੁ ਵਜੇ ਆਹ ਜਿਹੜੀ ਚੀਜ਼ ਆ ਇਹਨੂੰ ਕਾਰਵਾਈ ਜਿਹੜੀ ਆ ਉਹ ਕਰਨੀ ਹੈਗੀ ਆ। ਹੁਣ ਸਵਾਲ ਇਹ ਪੈਦਾ ਹੁੰਦਾ ਜਾਂ ਇੱਕ ਸਪਸ਼ਟ ਤੌਰ ਦੇ ਉੱਤੇ ਸਾਨੂੰ ਇਸ ਤੇ ਨਜ਼ਰ ਜਿਹੜੀ ਆ ਉਹ ਦੇਖਣੀ ਪਏਗੀ ਕਿ ਬੰਦਾ ਪਹੁੰਚ ਗਿਆ ਇੱਥੇ, ਜਿੰਨੇ ਵੀ ਪਹੁੰਚਾਇਆ ਜਾਂ ਜਿੰਨੇ ਵੀ ਉਸ ਨੂੰ ਇੱਥੇ ਲੈ ਕੇ ਆਂਦਾ, ਉਸ ਤੋਂ ਇਲਾਵਾ ਜਦੋਂ ਇਹ ਚੀਜ਼ ਹੋ ਗਈ, ਵਾਪਰ ਗਈ ਇਹ ਚੀਜ਼, ਜਦੋਂ ਉਹਨੇ ਸਿੰਘਾਂ ਨੇ ਉਹਨੂੰ ਸੋਧਾ ਜਿਹੜਾ ਸੀਗਾ ਉਹ ਲਾ ਦਿੱਤਾ, ਗੁਰੂ ਦੀਆਂ ਰਵਾਇਤਾਂ ਅਨੁਸਾਰ, ਸਿੱਖ ਪਰੰਪਰਾ ਅਨੁਸਾਰ ਉਹਨੂੰ ਲਾ ਦਿੱਤਾ ਸੋਧਾ। ਕਿਉਂਕਿ ਇਹ ਇੱਕ ਮੈਂ ਤੁਹਾਡੇ ਨਾਲ ਗੱਲ ਹੋਰ ਸ਼ੇਅਰ ਕਰਦੇ ਹਾਂ ਇੱਥੇ ਕਿ ਪਿੱਛੇ ਜੇ ਸਰਦਾਰ ਸੁਰਿੰਦਰ ਸਿੰਘ ਹੋਣਾ ਨੇ ਸਾਡੇ ਵੀਰ ਨੇ ਇੱਕ ਪੋਸਟ ਪਾਈ ਸੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਉੱਥੇ ਸੈਕਟਾਂ ਦੇ ਸੁੱਟੀਆਂ ਗਈਆਂ, ਬੇਅਦਬੀ ਕੀਤੀ ਗਈ, ਤੇ ਉਦੋਂ ਉਹਨਾਂ ਨੇ ਗੱਲ ਕੀਤੀ ਸੀ ਇੱਕ ਪੋਸਟ ਦੇ ਰਾਹੀਂ ਕਿ ਕਿਉਂ ਨਾ ਜਿਹੜਾ ਇਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆ ਉਹ ਨਿਹੰਗ ਸਿੰਘ, ਜਿਹੜੇ ਸਹਿਰਦ ਨਿਹੰਗ ਸਿੰਘ ਜਥੇਬੰਦੀਆਂ ਨੇ, ਉਹਨਾਂ ਨੂੰ ਦੇ ਦਿੱਤਾ ਜਾਵੇ। ਤੇ ਮੈਨੂੰ ਲੱਗਦਾ ਕਿ ਜੋ ਕੁਝ ਕੱਲ ਵਾਪਰਿਆ ਇਹਦੇ ਤੋਂ ਉਹਨਾਂ ਦੀ ਜਿਹੜੀ ਗੱਲ ਆ ਉਹਦੇ ਤੇ ਫੁੱਲ ਚੜਾਉਣ ਨੂੰ ਦਿਲ ਕਰਦਾ ਕਿ ਵਾਕਿਆ ਹੀ ਇਹਨਾਂ ਨੂੰ ਦੇ ਦਿੱਤਾ ਜਾਵੇ। ਜੇ ਕੇਸਗੜ੍ਹ ਸਾਹਿਬ ਦੇ ਵਿੱਚ ਹੋਈ ਘਟਨਾ ਦਾ ਵਾਲੇ ਜਿਹੜਾ ਬੰਦਾ ਸੀਗਾ, ਜੇ ਉਹਦਾ ਵੀ ਸਿਰ ਕਲਮ ਕੀਤਾ ਹੁੰਦਾ ਨਾ ਉਸ ਟਾਈਮ ਦੇ ਉੱਤੇ, ਤੇ ਫਿਰ ਮੈਨੂੰ ਲੱਗਦਾ ਕਿ ਕਿਸੇ ਦੀ ਜਿਹੜੀ ਹੈ ਨਾ ਉਹ ਹਿੰਮਤ ਨਾ ਪੈਂਦੀ। ਫਿਰ ਉਹ ਜਿਹੜਾ ਪਿੰਡ ਦੇ ਵਿੱਚ ਜੁੱਤੀਆਂ ਲੈ ਕੇ ਵੜ ਗਿਆ ਇੱਕ ਦਿਨ ਗੁਰੂ ਘਰ ਦੇ ਵਿੱਚ, ਉਹ ਵੀ ਨਾ ਵੜਦਾ, ਜਾਂ ਕਿਸੇ ਦੀ ਹੋਰ ਜਿਹੜੀ ਆ ਉਹ ਜ਼ਰੂਰਤ ਪੈਂਦੀ ਨਾ। ਤੇ ਇਹ ਵੀ ਗੱਲ ਉਹਨਾਂ ਦੀ ਮੈਨੂੰ ਬੜੀ ਵਧੀਆ ਲੱਗੀ ਕਿ ਵਾਕਿਆ ਜਿਹੜੀਆਂ ਸਹਿਰਦ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਦੇ ਦਿੱਤਾ ਜਾਵੇ। ਗੁਰੂ ਦਾ ਖਾਲਸਾ, ਗੁਰੂ ਵੱਲੋਂ ਫੌਜੀ ਹੋਈ ਜਿਹੜੀ ਸਾਡੀ ਇੱਕ ਇਹ ਵੀ ਫੌਜ ਆ, ਗੁਰੂ ਕੀ ਫੌਜ ਆ ਇਹ। ਸੋ ਜਦੋਂ ਆਪਾਂ ਦੇਖਦੇ ਹਾਂ ਕਿ ਜਦੋਂ ਮਸਲਾ ਆਮ ਜਿਹੜੀ ਸਾਡਾ ਜਿਹੜੇ ਅਸੀਂ ਜਿਨ੍ਹਾਂ ਨੂੰ ਪ੍ਰਬੰਧ ਦਿੱਤਾ ਹੁੰਦਾ ਉਹਨਾਂ ਕੋਲ ਨਾ ਸਾਂਭਿਆ ਜਾਵੇ ਨਾ, ਤੇ ਫਿਰ ਫੌਜ ਲਾ ਦਿੱਤੀ ਜਾਂਦੀ ਆ। ਸੋ ਮੈਨੂੰ ਲੱਗਦਾ ਕਿ ਇਸ ਟਾਈਮ ਦੇ ਉੱਤੇ ਗੁਰੂ ਕੀ ਫੌਜ ਜਿਹੜੀ ਆ ਉਹ ਵਾਕਿਆ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਸਾਂਭਣ ਵਾਸਤੇ ਜਿਹੜੀ ਆ ਉਹਨਾਂ ਨੂੰ ਦੇ ਦੇਣੀ ਚਾਹੀਦੀ ਆ, ਤਾਂ ਕਿ ਇੱਕ ਤਾਂ ਜਿਹੜਾ ਕੋਈ ਮਾੜਾ ਬੰਦਾ ਪਹਿਲਾਂ ਇਹਨਾਂ ਨੂੰ ਵੇਖ ਕੇ ਹੀ ਉਸ ਚੀਜ਼ ਨੂੰ ਕਰਨ ਤੋਂ ਜਿਹੜਾ ਗਰੇਜ਼ ਕਰੂਗਾ, ਤੇ ਦੂਜਾ ਫਿਰ ਜੇ ਕੋਈ ਕਰੂਗਾ ਤੇ ਫਿਰ ਉਹਦਾ ਇਹੋ ਜਿਹਾ ਹਸਰ ਜਿਹੜਾ ਰਾਤ ਕੱਲ ਉੱਥੇ ਸਵੇਰੇ ਕੱਲ ਵਾਪਰਿਆ ਉਹੋ ਜਿਹਾ ਕੁਛ ਉਹੋ ਜਿਹੇ ਨਾਲ ਵਾਪਰੇਗਾ, ਤੇ ਫਿਰ ਆਪੇ ਹੀ ਇਹ ਲੋਕ ਜਿਹੜੇ ਨੇ ਉਹ ਸੁਧਰ ਜਾਣਗੇ। ਚਾਹੇ ਪੈਸੇ ਦੇ ਉਸ ਦੇ ਵਿੱਚ ਲਾਲਚ ਚ ਕਰਦੇ ਨੇ, ਜਾਂ ਇਹਨਾਂ ਨੂੰ ਪੈਸਾ ਦਿੱਤਾ ਜਾਂਦਾ, ਜਾਂ ਇਹਨਾਂ ਨੂੰ ਇੱਕ ਵਿਉਂਤਬੰਦੀ ਦਾ ਹਿੱਸਾ ਬਣਾ ਕੇ ਇਹ ਚੀਜ਼ਾਂ ਜਿਹੜੀਆਂ ਕਾਰਵਾਈਆਂ ਕਰਾਈਆਂ ਜਾਂਦੀਆਂ ਨੇ। ਹੁਣ ਇੱਥੇ ਇੱਕ ਖਾਸ ਗੱਲ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਚਾਹਾਂਗਾ, ਉਹ ਇਹ ਹੈਗੀ ਆ ਕਿ ਪੁਲਿਸ ਨੇ ਜਿਹੜੀ FIR ਜਿਹੜੀ ਉੱਥੇ ਰਜਿਸਟਰਡ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਣਪਛਾਤੇ ਬੰਦਿਆਂ ਦਾ ਜਿਹੜਾ ਹੈ ਉਹ ਅਣਪਛਾਤੇ ਬੰਦਿਆਂ ਵੱਲੋਂ ਜਿਹੜਾ ਹੈ ਉਹ ਕਤਲ ਕੀਤਾ ਗਿਆ, ਤੇ ਜਿਹੜੀ ਲਾਸ਼ ਆ ਜਾਂ ਜਿਹੜੀ ਬਾਡੀ ਸੀ ਉਹਨੂੰ ਟੰਗ ਦਿੱਤਾ ਗਿਆ। ਦੇਖੋ ਉਹਦੇ ਵਿੱਚ ਪੁਲਿਸ ਇਹ FIR ਦਰਜ ਜਿਹੜੀ ਆ ਉਹ ਕਰਦੀ ਹੈਗੀ ਆ। ਦੂਸਰੇ ਬੰਨੇ ਸਰਦਾਰ ਜਿਹੜਾ ਭਾਈ ਸਰਬਜੀਤ ਸਿੰਘ ਆ ਉਹ ਸ਼ਰੇਆਮ ਕਹਿੰਦਾ ਕਿ ਮੈਂ ਇਸ ਬੰਦੇ ਨੂੰ ਜਿਹੜਾ ਹੈ ਉਹ ਸੋਧਾ ਲਾਇਆ, ਮੈਂ ਇਹਦਾ ਕਤਲ ਕੀਤਾ, ਮੈਂ ਇਹਨੂੰ ਮਾਰਿਆ, ਤੇ ਮੈਂ ਗੁਰੂ ਦੀ ਪਰੰਪਰਾ ਅਨੁਸਾਰ ਜਿਹੜਾ ਉਹ ਕੀਤਾ ਹੈਗਾ, ਤੇ ਮੈਂ ਆਪਣਾ ਜਿਹੜਾ ਗੁਨਾਹ ਹੈ
ਜਾਂ ਮੈਂ ਆਪਣਾ ਜੋ ਕੁਝ ਮੈਂ ਕੀਤਾ ਉਹਨੂੰ ਮੈਂ ਕਬੂਲ ਕਰਦਾ ਹੈਗਾ। ਹੁਣ ਇੱਕ ਘਟਨਾ ਜਿਹੜੀ ਲਖੀਮਪੁਰ ਖੀਰੀ ਦੇ ਵਿੱਚ ਵਾਪਰੀ ਸੀ, ਉਹਦੇ ਵਿੱਚ ਮੰਤਰੀ ਦਾ ਮੁੰਡਾ ਹੱਥ ਜੋੜਦਾ ਫਿਰਦਾ ਸੀ, ਜਾਂ ਮੰਤਰੀ ਦਾ ਮੁੰਡਾ ਆਲੇ ਦੁਆਲੇ ਤੁਰਿਆ ਫਿਰਦਾ ਸੀ, ਮੈਂ ਤੇ ਉੱਥੇ ਹੈ ਹੀ ਨਹੀਂ, ਜਾਂ ਮੈਂ ਕਿਤੇ ਹੈ ਹੀ ਨਹੀਂ, ਤਾਂ ਮੈਂ ਤਾਂ ਕਿਸੇ ਘਟਨਾਕ੍ਰਮ ਦੇ ਉੱਥੇ ਨੇੜੇ ਤੇੜੇ ਵੀ ਨਹੀਂ ਸੀ ਹੈਗਾ। ਜਦ ਕਿ ਉਹ ਸ਼ਰੇਆਮ ਕੀਤਾ ਗਿਆ ਉਸ ਟਾਈਮ ਦੇ ਉੱਤੇ ਉਹ ਕਤਲ ਉਹ ਸੀਗਾ ਕਿ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀਗਾ, ਸਿਰਫ ਉਹ ਬੰਦੇ ਆਪਣਾ ਰੋਸ ਪ੍ਰਗਟ ਕਰਨ ਵਾਸਤੇ ਸੜਕਾਂ ਦੇ ਉੱਤੇ ਸੀਗੇ। ਤੇ ਇੱਥੇ ਉਹ ਬੰਦਾ ਜਿਹੜਾ ਬੰਦਾ ਖੁਦ ਮੰਨ ਰਿਹਾ ਕਿ ਮੈਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਇੱਥੇ ਆਇਆ ਸੀਗਾ, ਤੇ ਮੈਂ ਜਿੰਨੀ ਕਿ ਮੇਰੇ ਕੋਲ ਹੋ ਸਕੀ ਮੈਂ ਉਹ ਕੀਤੀ, ਬਾਕੀ ਨੂੰ ਮੈਂ ਜਿਹੜਾ ਹੈ ਉਹ ਪੂਰੀ ਤਰ੍ਹਾਂ ਨਾਲ ਕਰਨਾ ਸੀ। ਤੇ ਉਹਨੂੰ ਜਿਹੜਾ ਸੋਧਾ ਲਾਉਣ ਵਾਲਾ ਬੰਦਾ ਉਹ ਭੱਜਿਆ ਨਹੀਂ, ਉਸਨੇ ਭਾਈ ਸਰਬਜੀਤ ਸਿੰਘ ਨੇ ਖੁੱਲ੍ਹੇਆਮ ਕਿਹਾ ਕਿ ਮੈਂ ਪ੍ਰਸ਼ਾਸਨ ਦੇ ਨਾਲ ਚੱਲਦਾ ਤੇ ਮੈਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਓ, ਔਰ ਗ੍ਰਿਫਤਾਰ ਹੋਇਆ ਉਹ। ਪਰ ਇਹਦੇ ਵਿੱਚ ਵੀ ਇੱਕ ਰਾਜ ਆ ਬਹੁਤ ਵੱਡਾ ਕਿ ਦੇਖੋ ਪੁਲਿਸ ਜਿਹੜੀ ਆ ਉਹ ਅਣਪਛਾਤੇ ਬੰਦੇ ਦੀ ਜਿਹੜੀ ਆ ਉਹ FIR ਦਰਜ ਕਰ ਰਹੀ ਆ, ਇੱਕ ਬੰਨੇ ਭਾਈ ਸਰਬਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਹੈਗੀ ਆ। ਸੋ ਇਹ ਵੀ ਇੱਕ ਬਹੁਤ ਵੱਡਾ ਰਾਜ ਆ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇਹਦੇ ਉੱਤੇ ਵੀ ਜਿਹੜੀ ਆ ਉਹ ਹੋਰ ਗੱਲਬਾਤ ਜਿਹੜੀ ਉਹ ਕੀਤੀ ਜਾਵੇ। ਬਹੁਤ ਸਾਰੇ ਅਜਿਹੇ ਪਹਿਲੂ ਨੇ ਜਿਹੜੇ ਹਲੇ ਖੁੱਲ੍ਹ ਕੇ ਬਾਹਰ ਆਉਣ ਵਾਲੇ ਹੈਗੇ ਨੇ, ਅਸੀਂ ਵੀ ਖੰਗਾਲਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਹੋਰ ਕਿਹੜੇ ਪਹਿਲੂ ਨੇ। ਪਰ ਇਹ ਇੱਕ ਬੜਾ ਵੱਡਾ ਸਵਾਲੀਆ ਚਿੰਨ੍ਹ ਵੀ ਆ, ਇਹ ਇੱਕ ਬੜਾ ਵੱਡਾ ਜਿਹੜਾ ਹੈ ਉਹ ਕਬੂਲ ਕਰ ਲੈਣਾ ਕਿ ਮੈਂ ਉਸ ਨੂੰ ਸੋਧਿਆ, ਮੇਰਾ ਜਿਹੜਾ ਨਾਮ ਆ ਹੈਗਾ। ਸੋ ਉਹਨਾਂ ਨੇ ਆਪਣਾ ਨਾਮ ਵੀ ਬਿਲਕੁਲ ਕਲੀਅਰ ਕੱਟ ਤੇ ਉਹ ਪੁਲਿਸ ਦੇ ਨਾਲ ਗਏ ਵੀ ਹੈਗੇ ਭਾਈ ਸਰਬਜੀਤ ਸਿੰਘ, ਤੇ ਉਹਨਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਦੀ ਪਰੰਪਰਾ ਅਨੁਸਾਰ ਉਹਨਾਂ ਨੇ ਅਰਦਾਸਾ ਜਿਹੜਾ ਸੀਗਾ ਅਰਦਾਸ ਕਰਕੇ ਉਹਨਾਂ ਨੂੰ ਫੇਰ ਪੁਲਿਸ ਨੂੰ ਜਿਹੜਾ ਹੈ ਉੱਥੇ ਉਹ ਗਏ ਆਪਣੀ ਸ਼ਾਨੋ ਸ਼ੌਕਤ ਦੇ ਨਾਲ। ਇਹ ਨਹੀਂ ਕਿ ਮੈਂ ਨਹੀਂ ਜੀ ਕੀਤਾ ਕਿਸੇ ਕਿ ਮੈਂ ਉਹ ਜਦੋਂ ਮੁੱਕਰ ਨਹੀਂ ਰਹੇ ਹੈਗੇ ਭਾਈ ਸਰਬਜੀਤ ਸਿੰਘ ਜਾਂ ਨਿਹੰਗ ਜਥੇਬੰਦੀਆਂ ਜਿਨ੍ਹਾਂ ਨੇ ਕੀਤਾ ਹੈਗਾ। ਤੇ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਜਿਹੜਾ ਇਹ ਸੰਯੁਕਤ ਕਿਸਾਨ ਮੋਰਚਾ ਜਿਹੜਾ ਵੱਧ ਤੋਂ ਵੱਧ ਉਸੇ ਵੇਲੇ ਪ੍ਰੈਸ ਕਾਨਫਰੰਸ ਵਾਸਤੇ ਐਕਟਿਵ ਹੁੰਦਾ, ਇਹਨਾਂ ਨੂੰ ਲਖੀਮਪੁਰ ਖੀਰੀ ਵੇਲੇ ਇਹ ਪ੍ਰੈਸ ਕਾਨਫਰੰਸ ਯਾਦ ਨਹੀਂ ਆਈ। ਬਹੁਤ ਸਾਰੀਆਂ ਹੋਰ ਘਟਨਾਵਾਂ ਹੋ ਜਾਂਦੀਆਂ ਨੇ, ਬਹੁਤ ਸਾਰੇ ਬੇਅਦਬੀ ਦੇ ਮਾਮਲੇ ਹੋਰ ਆ ਜਾਂਦੇ ਨੇ, ਉੱਥੇ ਵਾਸਤੇ ਇਹ ਐਕਟਿਵ ਨਹੀਂ ਹੁੰਦੇ। ਪਰ ਇੱਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰਦੇ ਨੇ ਕਿ ਸਾਡਾ ਇਹਨਾਂ ਦੇ ਨਾਲ ਜਿਹੜਾ ਹੈ ਉਹ ਕੋਈ ਲਾਗਾ ਤੇਗਾ ਨਹੀਂ ਹੈਗਾ, ਇਹਨਾਂ ਦੀ ਆਪਣੀ ਜਿਹੜੀ ਹੈਗੀ ਸੀ ਕਿ ਇਹਨਾਂ ਨੇ ਕਾਰਵਾਈ ਕੀਤੀ ਤੇ ਉਹ ਪੁਲਿਸ ਨੂੰ ਅਸੀਂ ਸਹਿਯੋਗ ਦਾ। ਤੁਹਾਡੇ ਸਹਿਯੋਗ ਦੀ ਲੋੜ ਕੀ ਆ? ਜੇ ਬੰਦਾ ਜਿਹੜਾ ਬੰਦੇ ਨੇ ਉਸ ਨੂੰ ਸੋਧਾ ਲਾਇਆ ਉਹ ਕਹਿੰਦਾ ਕਿ ਮੈਂ ਕੀਤਾ, ਤੇ ਤੁਹਾਡਾ ਕੀ ਸਹਿਯੋਗ ਹੈ ਉਹਦੇ ਵਿੱਚ ਭਾਈ? ਤੁਹਾਡੇ ਸਹਿਯੋਗ ਦੀ ਲੋੜ ਕੀ ਆ? ਸਹਿਯੋਗ ਦੀ ਉੱਥੇ ਲੋੜ ਹੁੰਦੀ ਆ ਜਾਂ ਉੱਥੇ ਤੁਹਾਡੇ ਵਰਗੇ ਬੰਦਿਆਂ ਦੀ ਜ਼ਰੂਰਤ ਹੁੰਦੀ ਆ ਕਿ ਜਿੱਥੇ ਤੁਸੀਂ ਜਾ ਕੇ ਗਵਾਹ ਬਣਨਾ, ਜਾਂ ਜਿੱਥੇ ਤੁਸੀਂ ਜਾ ਕੇ ਕਿਤੇ ਖੜਨਾ ਕਿ ਹਾਂ ਅਸੀਂ ਆਈ ਵਿਟਨੈਸ ਹਾਂ, ਜਾਂ ਅਸੀਂ ਇਸ ਵਾਸਤੇ ਜਿਹੜੀ ਉਹ ਬੰਦਾ ਫੜਿਆ ਨਹੀਂ ਜਾ ਰਿਹਾ, ਬੰਦੇ ਦੇ ਉੱਤੇ ਕਾਰਵਾਈ ਕਰਨੀ ਆ, ਇਸ ਕੇਸ ਨੂੰ ਅਸੀਂ ਚੱਲਦਾ ਕਰਨਾ। ਜਦ ਉਹ ਬੰਦੇ ਖੁਦ ਆ ਕੇ ਇਸ ਚੀਜ਼ ਨੂੰ ਸ਼ਰੇਆਮ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਸਮਰਪਿਤ ਕਰਕੇ ਇਹ ਗੱਲ ਕਹਿ ਰਹੇ ਹੈਗੇ ਨੇ ਕਿ ਲਓ ਅਸੀਂ ਇਹ ਕੀਤਾ ਹੈਗਾ। ਇੱਕ ਵਰਡ ਲਿਖਿਆ ਜਾ ਰਿਹਾ ਜੀ ਨਿਹੰਗ ਸਿੰਘ ਨੇ ਸਰੈਂਡਰ ਕੀਤਾ, ਸਰੈਂਡਰ ਤੇ ਕੀਤਾ ਹੀ ਨਹੀਂ। ਉਹਨਾਂ ਦੇ ਬੜੇ ਸ਼ਾਨੋ ਸ਼ੌਕਤ ਦੇ ਨਾਲ ਇਹ ਗੱਲ ਕਹੀ ਹੈ ਕਿ ਮੈਂ ਇਸ ਚੀਜ਼ ਨੂੰ ਇਹ ਮੈਂ ਕੀਤਾ ਤੇ ਮੈਂ ਇਸ ਦੀ ਜਿਹੜੀ ਜ਼ਿੰਮੇਵਾਰੀ ਜਿਹੜੀ ਲੈਣਾ ਹੈਗਾ, ਇਹ ਜ਼ਿੰਮੇਵਾਰੀ ਹੈ, ਇਹ ਸਰੈਂਡਰ ਨਹੀਂ ਕਰਨਾ ਹੁੰਦਾ, ਇਹਨੂੰ ਕਹਿੰਦੇ ਇਹ ਜ਼ਿੰਮੇਵਾਰੀ ਆ। ਸੋ ਜਿਹੜੀ ਚੀਜ਼ ਜ਼ਿੰਮੇਵਾਰੀ ਨਾਲ ਕੀਤੀ ਜਾਵੇ ਉਹਨੂੰ ਉਸ ਤਰ੍ਹਾਂ ਦੇ ਨਾਲ ਹੀ ਪੇਸ਼ ਕਰਨਾ ਚਾਹੀਦਾ ਜੇ ਸ਼ਾਨੋ ਸ਼ੌਕਤ ਨਾਲ ਉਹਨੇ ਗੁਰੂ ਦੀ ਪਰੰਪਰਾ ਤੇ ਸਿੱਖ ਪਰੰਪਰਾ ਦਾ ਜਿਹੜਾ ਮਾਣ ਉਹਨਾਂ ਨੇ ਰੱਖਿਆ। ਸੋ ਇਹਦੇ ਵਿੱਚ ਕੋਈ ਅਸੀਂ ਜੇ ਤੇ ਕੋਈ ਇਨੋਸੈਂਟ ਬੰਦਾ ਹੋਵੇ ਜਾਂ ਇਨੋਸੈਂਟ ਠੀਕ ਹੈ ਉਹਨੂੰ ਵਰਲਾ ਕੇ ਲੈ ਕੇ ਆਂਦਾ, ਪਿੱਛੇ ਕੋਈ ਤਾਕਤ ਹੋ ਰਿਹਾ, ਉਹਨਾਂ ਤਾਕਤਾਂ ਤੱਕ ਵੀ ਪਹੁੰਚਣਾ ਚਾਹੀਦਾ। ਪਰ ਜੇ ਕੋਈ ਬੰਦਾ ਇਹ ਜਿਹੜਾ ਕਰਨ ਆਇਆ ਤੇ ਉਸ ਕਰਨ ਵਾਲੇ ਨੂੰ ਹੀ ਸਜ਼ਾ ਦੇਣੀ ਆ ਨਾ, ਪਹਿਲਾਂ ਜਿਹੜਾ ਮੌਕੇ ਦੇ ਉੱਤੇ ਆ ਸਜ਼ਾ ਤੇ ਉਹਨੂੰ ਹੀ ਦਿੱਤੀ ਜਾ ਸਕਦੀ ਤੇ ਉਹਨੂੰ ਸਜ਼ਾ ਦਿੱਤੀ ਗਈ। ਸੋ ਇਹਦੇ ਵਿੱਚ ਦੋ ਰਾਵਾਂ ਜਿਹੜੀਆਂ ਨਹੀਂ ਹੈ ਤੇ ਇਹਨਾਂ ਦਾ ਜਿਹੜਾ ਇਹਨਾਂ ਦੀ ਕੀ ਇਹਨਾਂ ਨੇ ਪ੍ਰਸ਼ਾਸਨ ਨੂੰ ਸਹਿਯੋਗ ਕਰਨਾ, ਹੋਰ ਕੀ ਤੁਸੀਂ ਕਰ ਦੋਗੇ, ਇਸ ਤੋਂ ਵੱਧ ਕੀ ਕਰ ਦੋਗੇ। ਸੋ ਸਾਨੂੰ ਬੜੀਆਂ ਅੱਖਾਂ ਖੋਲਣੀਆਂ ਪੈਣਗੀਆਂ, ਸਾਨੂੰ ਇਹ ਦੇਖਣਾ ਪਏਗਾ ਕਿ ਭਾਈ ਅਸਲ ਦੇ ਵਿੱਚ ਇਸ ਮੋਰਚੇ ਦੀ ਵਾਗਡੋਰ ਸਾਂਭਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਕਰੈਕਟਰ ਕੀ ਨੇ, ਉਹਨਾਂ ਦੀ ਸੋਚ ਕੀ ਆ, ਕੀ ਉਹ ਲੋਕ ਸਮਰਪਿਤ ਨੇ ਕਿ ਸਿਰਫ ਉਹ ਆਪਣੀ ਚੌਧਰ ਤੇ ਉਹਨਾਂ ਦੀ ਜਿਹੜੀ ਸਰਕਾਰ ਦੇ ਨਾਲ ਅੰਡਰਸਟੈਂਡਿੰਗ ਹੋ ਚੁੱਕੀ ਆ ਬੜੇ ਲੰਮੇ ਸਮੇਂ ਤੋਂ,
ਸਿਰਫ ਉਹਨੂੰ ਹੀ ਉਹ ਫੁੱਲ ਜਿਹੜੇ ਨੇ ਉਹ ਚੜਾ ਰਹੇ ਹੈਗੇ ਨੇ। ਕਈ ਲੋਕਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਣੀਆਂ, ਉਹ ਉਹਨਾਂ ਦੀ ਆਪਣੀ ਸੋਚ ਆ, ਇਹ ਸਾਡੇ ਆਪਣੇ ਸਰੋਤ ਨੇ, ਸਾਡੀ ਆਪਣੀ ਸੋਚ ਆ, ਸਾਡੀ ਆਪਣੀ ਸਮਝ ਆ। ਜਿਸ ਤਰ੍ਹਾਂ ਦੇ ਨਾਲ ਕੋਈ ਸਮਝਦਾ ਹੁੰਦਾ ਉਹ ਉਸ ਤਰ੍ਹਾਂ ਦੇ ਨਾਲ ਉਸ ਚੀਜ਼ ਨੂੰ ਡਿਲੀਵਰ ਕਰਦਾ। ਸਾਡਾ ਮਕਸਦ ਪੰਜਾਬ, ਪੰਜਾਬੀਅਤ, ਸਿੱਖੀ ਤੇ ਪੰਜਾਬੀ ਕਿਸਾਨੀ ਨੂੰ ਬਚਾਉਣ ਤੱਕ ਹੈਗਾ। ਸਾਡਾ ਮਕਸਦ ਇਹ ਨਹੀਂ ਆ ਕਿ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਖਾਸ ਇੱਕ ਜਿਹੜਾ ਕੋਈ ਨੁਮਾਇੰਦਗੀ ਕਰ ਰਿਹਾ ਬੰਦਾ ਹੈਗਾ, ਅਸੀਂ ਉਹਨੂੰ ਕੋਈ ਵੱਡਾ ਕਰਕੇ ਦੇਖੀਏ। ਉਹਦੇ ਨਾਲ ਕੋਈ ਵੱਡੇ ਕਰਨ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ। ਵੱਡਾ ਕਰਨ ਦਾ ਮਤਲਬ ਸਿਰਫ ਇਹ ਆ ਕਿ ਜਿਹੜਾ ਉੱਥੇ ਵਿਚਾਰਾ ਆ ਕੇ 2 ਕਿੱਲਿਆਂ ਵਾਲਾ, 4 ਵਾਲਾ, 5 ਵਾਲਾ, ਜਿਹੜਾ ਜਿੰਨੇ ਆਪਣੇ ਆਪ ਨੂੰ ਸਮਰਪਿਤ ਕਰਕੇ ਉੱਥੇ ਬੈਠਾ, ਵੱਡਾ ਉਹ ਹੈ। ਇਹ ਲੀਡਰ ਬਿਲਕੁਲ ਵੱਡੇ ਨਹੀਂ ਜਿਨ੍ਹਾਂ ਨੂੰ ਅਸੀਂ ਨੁਮਾਇੰਦਗੀ ਔਰ ਬਹੁਤ ਵੱਡਾ ਕਰਕੇ ਪੇਸ਼ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਉਮੀਦ ਕਰਦਾ ਕਿ ਅੱਜ ਵਾਲਾ ਪ੍ਰੋਗਰਾਮ ਹੀ ਤੁਹਾਨੂੰ ਪਸੰਦ ਆਇਆ ਹੋਵੇਗਾ। ਆਪਣੇ ਕਮੈਂਟਸ, ਆਪਣਾ ਕੋਈ ਜਿਸ ਤਰ੍ਹਾਂ ਦੇ ਤੁਹਾਡੇ ਵਿਊਜ਼ ਨੇ ਉਹ ਸਾਡੇ ਤੱਕ ਜ਼ਰੂਰ ਪਹੁੰਚਦੇ ਕਰਿਓ। ਤੇ ਆਪਾਂ ਹੁਣ ਅਗਲੇ ਹਫਤੇ ਸੋਮਵਾਰ 6 ਵਜੇ ਟੋਰਾਂਟੋ ਸਮੇਂ ਮੁਤਾਬਕ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਵਾਂਗੇ। ਸੋ ਮਿਲਦੇ ਹਾਂ ਆਪਾਂ ਅਗਲੇ ਹਫਤੇ। ਸੋ ਭੈ ਕਹੂ ਕੋ ਦੇਤ ਨਾ, ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।